प्यारे विद्यार्थियों, मेरे चैनल बायो हैल्थ अकैडमी ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਕਿਰਨ ਸ਼ਰਮਾ, ਲੈਕਚਰਰ ਬਾਇਓਲੋਜੀ। ਅਸੀਂ ਵਾਤਾਵਰਣ ਸਿੱਖਿਆ ਦਾ ਅਧਿਆਇ 6 ਜਿਹੜਾ ਉਹ ਸ਼ੁਰੂ ਕੀਤਾ ਸੀਗਾ। ਲੈਕਚਰ 1 ਜਿਹੜਾ ਸਾਡਾ ਹੋ ਚੁੱਕਿਆ ਔਰ ਅੱਜ ਅਸੀਂ ਲੈਕਚਰ 2 ਜਿਹੜਾ ਕਰਾਂਗੇ। ਤਾਂ ਇਸ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਕਿ ਆਪਾਂ ਜਿਹੜਾ 4 ਜਿਹੜੇ ਹੈ ਹਿੱਸੇ ਜਿਹੜੇ ਇਹਦੇ ਕਰਨੇ ਆ। ਪ੍ਰਭਾਵਸ਼ਾਲੀ ਆਰਥਿਕ ਪਾਲਿਸੀਜ਼ ਜਿਹੜਾ ਅਸੀਂ ਕਰ ਚੁੱਕੇ ਹਾਂ ਲੈਕਚਰ 1 ਦੇ ਵਿੱਚ। ਵਾਤਾਵਰਣੀ ਸੂਚਕਾਂ ਦੀ ਸਹਾਇਤਾ ਦੇ ਨਾਲ ਵਾਤਾਵਰਣ ਨੂੰ ਬਚਣਾ, ਇਹ ਅੱਜ ਅਸੀਂ ਲੈਕਚਰ 2 ਦੇ ਵਿੱਚ ਕਰਨਾ। ਕੁਝ ਵਾਤਾਵਰਣੀ ਮਿਆਰਾਂ ਦਾ ਨਿਰਧਾਰਨ ਕਰਨਾ ਅਤੇ ਸੂਚਨਾ ਦਾ ਆਦਾਨ ਪ੍ਰਦਾਨ ਅਤੇ ਬਚੇ ਰਹਿਣਾ, ਇਹ ਸਾਡੇ ਅਗਲੇ ਲੈਕਚਰਸ ਹੋਣਗੇ। ਤਾਂ ਅੱਜ ਅਸੀਂ ਸਿਰਫ ਵਾਤਾਵਰਣੀ ਸੂਚਕਾਂ ਦੀ ਸਹਾਇਤਾ ਜਿਹੜੀ ਹੈ ਉਹਦੇ ਨਾਲ ਵਾਤਾਵਰਨ ਨੂੰ ਕਿਵੇਂ ਬਚਾ ਸਕਦੇ ਹਾਂ, ਜਾਂ ਉਹਨਾਂ ਨੂੰ ਬਚਣਾ ਮਤਲਬ ਉਹਨਾਂ ਨੂੰ ਨਿਰੀਖਣ ਕਰਨਾ ਉਹਨਾਂ ਦਾ, ਉਹ ਕਿਵੇਂ ਕਰ ਸਕਦੇ ਹਾਂ, ਉਹ ਅੱਜ ਅਸੀਂ ਕਰਨਾ ਹੈ। ਤਾਂ ਲੈਟਸ ਡੂ ਦਿਸ। ਤਾਂ ਹੁਣ ਸਾਡੇ ਜਿਹੜੇ ਇਹ ਸੂਚਕ ਹੈ ਉਹ ਹੁੰਦੇ ਕੀ ਹੈ, ਵਾਤਾਵਰਣੀ ਸੂਚਕ ਜਿਹੜੇ ਉਹਨਾਂ ਨੂੰ ਆਪਾਂ ਕਿਹਨਾਂ ਨੂੰ ਕਹਿੰਦੇ ਹਾਂ। ਆਪਾਂ ਦੇਖੋ, ਕੋਈ ਵੀ ਚੀਜ਼ ਹੋ ਸਕਦੀ ਹੈ, ਇਹ ਕੋਈ ਭੌਤਿਕ ਚੀਜ਼ ਹੋ ਸਕਦੀ ਹੈ, ਕੋਈ ਰਸਾਇਣਿਕ ਚੀਜ਼ ਹੋ ਸਕਦੀ ਹੈ, ਕੋਈ ਵੀ ਜਿਹੜੀ ਹੈ ਜੈਵਿਕ ਚੀਜ਼ ਹੋ ਸਕਦੀ ਹੈ, ਜਿਹੜੀ ਤੁਹਾਨੂੰ ਇਹ ਦੱਸੇ ਕਿ ਵਾਤਾਵਰਣ ਦੇ ਵਿੱਚ ਕੁਝ ਵਿਗਾੜ ਆ ਚੁੱਕਿਆ ਹੈ, ਜਾਂ ਵਾਤਾਵਰਣ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵਿਗਾੜ ਆਉਣ ਵਾਲਾ ਹੈ, ਜਾਂ ਵਾਤਾਵਰਣ ਥੋੜ੍ਹਾ ਠੀਕ ਹੋ ਰਿਹਾ, ਵਾਤਾਵਰਣ ਸੁਧਰ ਰਿਹਾ ਹੈ, ਉਹਦੇ ਵਿੱਚ ਕੁਛ ਅੱਛੀਆਂ ਚੀਜ਼ਾਂ ਹੋ ਰਹੀਆਂ, ਤਾਂ ਜਾਂ ਕੁਝ ਪਕਸ਼ੀਆਂ ਦੀਆਂ ਜਿਹੜੀਆਂ ਗਿਣਤੀ ਜਿਹੜੀ ਉਹ ਘਟ ਗਈ ਹੈ। ਸੋ ਇੱਦਾਂ ਦੇ ਮਤਲਬ ਕੁਝ ਜਿਹੜੇ ਆ ਉਹ ਮਾਪਦੰਡ ਹੁੰਦੇ ਆ, ਜਾਂ ਮਾਪਦੰਡ ਤੋਂ ਪ੍ਰਾਪਤ ਕੁਝ ਮਾਣਕ ਹੁੰਦੇ ਆ, ਸੋ ਜਿਨ੍ਹਾਂ ਨੂੰ ਆਪਾਂ ਵਾਤਾਵਰਣੀ ਸੂਚਕ ਕਹਿੰਦੇ ਆ। ਇਹ ਸਾਨੂੰ ਬਹੁਤ ਜ਼ਰੂਰੀ ਮਹੱਤਵਪੂਰਨ ਜਾਣਕਾਰੀ ਜਿਹੜੀ ਹੈ ਪ੍ਰਦਾਨ ਕਰਦੇ ਹੈ। ਸੋ ਸੂਚਕ ਇੱਕ ਮਾਪਦੰਡ ਜਾਂ ਮਾਪਦੰਡ ਤੋਂ ਪ੍ਰਾਪਤ ਮਾਣਕ ਹੈ, ਜੋ ਇੱਕ ਵਰਤਾਰੇ ਜਾਂ ਵਾਤਾਵਰਣ ਜਾਂ ਖੇਤਰ, ਕੋਈ ਵੀ ਜਿਹੜੀ ਜਗ੍ਹਾ ਹੈ ਉਹਦੇ ਪ੍ਰਤੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ। ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਵਾਤਾਵਰਣੀ ਸੂਚਕ ਵਾਤਾਵਰਣ ਦੇ ਹਾਲਾਤ ਦੇ ਬਾਰੇ ਸਾਨੂੰ ਦੱਸਦਾ ਹੈ, ਔਰ ਇਹ ਇੱਕ ਖਾਸ ਪਹਿਲੂ ਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਆ ਉਹ ਵਾਤਾਵਰਣ ਦੀ ਦਿੰਦਾ ਹੈ। ਮਤਲਬ ਵਾਤਾਵਰਣ ਦੇ ਕਿਸੇ ਖਾਸ ਚੀਜ਼ ਦੇ ਬਾਰੇ ਸਾਨੂੰ ਦੱਸਦਾ ਹੈ, ਔਰ ਸੋ ਵਾਤਾਵਰਣ ਦੀ ਵੱਧ ਤੋਂ ਵੱਧ ਸੰਭਵ ਹੱਦ ਤੱਕ ਸੂਚਨਾ ਪ੍ਰਦਾਨ ਕਰਦਾ ਹੈ। ਮਤਲਬ ਬਹੁਤ ਡੈਪਥ ਤੱਕ ਜਿਹੜੀ ਆ ਉਹਦੀ ਡੂੰਘਾਈ ਤੱਕ ਜਿਹੜੀ ਹੈ, ਜਿੰਨੀ ਅਸੀਂ ਸੋਚ ਵੀ ਨਹੀਂ ਸਕਦੇ ਉਨੀ ਡੂੰਘਾਈ ਤੱਕ ਵੀ ਇਹ ਸਾਨੂੰ ਸੂਚਨਾ ਦਿੰਦਾ ਹੈ। ਵਾਤਾਵਰਣੀ ਸੂਚਕ ਜਿਹੜੇ ਆ ਸਧਾਰਨ ਵਿਧੀਆਂ ਹਨ ਜੋ ਸਾਨੂੰ ਦੱਸਦੀਆਂ ਹਨ ਕਿ ਵਾਤਾਵਰਣ ਦੇ ਵਿੱਚ ਕੀ ਵਾਪਰ ਰਿਹਾ ਹੈ। ਸੋ ਇਹ ਕਿਸੇ ਵਰਤਾਰੇ ਦੀ ਧੁਰ ਅੰਦਰ ਤੱਕ ਦੀ ਸੂਚਨਾ ਪ੍ਰਦਾਨ ਕਰਦੇ ਹਨ, ਜੋ ਸਾਨੂੰ ਸਾਹਮਣੇ ਪ੍ਰਤੱਖ ਤੌਰ ਦੇ ਉੱਤੇ ਜਿਹੜੀ ਉਹ ਨਜ਼ਰ ਨਹੀਂ ਆਉਂਦੀ, ਉਹਦੇ ਤੋਂ ਵੀ ਵੱਧ ਕੇ ਸਾਨੂੰ ਸੂਚਨਾ ਜਿਹੜੀ ਉਹ ਪ੍ਰਦਾਨ ਕਰਦੇ ਹੈ। ਤਾਂ ਇਹ ਕੋਈ ਵੀ ਜਿਹੜੇ ਸੂਚਕ ਜਿਹੜੇ ਉਹ ਆਪਾਂ ਡਿਟੇਲ ਦੇ ਵਿੱਚ ਹੁਣ ਅੱਗੇ ਕਰਾਂਗੇ, ਤੁਹਾਨੂੰ ਪਤਾ ਚੱਲ ਜਾਏਗਾ। ਤਾਂ ਹੁਣ ਇੱਕ ਇੱਥੇ ਉਦਾਹਰਨ ਜਿਹੜੀ ਆਪਾਂ ਲਈ ਹੈ, ਉਹ ਕੀ ਹੈ ਕਿ ਮੰਨ ਲਓ ਵਾਤਾਵਰਣ ਦਾ ਸਾਡਾ ਤਾਪਮਾਨ ਵੱਧ ਰਿਹਾ ਹੈ ਨਾ, ਤਾਂ ਵਾਤਾਵਰਣ ਜਿਹੜਾ ਉਹ ਵਧੇਗਾ ਤਾਂ ਹੀ ਨਾ, ਜੇ ਸਾਨੂੰ ਪਤਾ ਹੈ ਕਿ ਉਹ 'ਚ ਕਾਰਬਨ ਡਾਈਆਕਸਾਈਡ ਦੀ ਗੈਸ, ਮੀਥੇਨ ਗੈਸ ਦੀ ਮਾਤਰਾ ਜਿਹੜੀ ਉਹ ਜ਼ਰੂਰਤ ਤੋਂ ਜਿੰਨੀ ਹੋਣੀ ਚਾਹੀਦੀ ਉਹਦੇ ਤੋਂ ਵੱਧ ਜਾਏ, ਤਾਂ ਫਿਰ ਉਹ ਸਾਡੇ ਸੂਰਜ ਤੋਂ ਆਉਣ ਵਾਲੀਆਂ ਜਿਹੜੀਆਂ ਤਾਪ ਕਿਰਨਾਂ ਉਹਨਾਂ ਨੂੰ ਸੋਖ ਲੈਂਦੇ ਆ, ਅਤੇ ਸਾਡਾ ਹਵਾ ਦਾ ਜਿਹੜਾ ਤਾਪਮਾਨ ਹੈ, ਸਾਡੇ ਆਲੇ ਦੁਆਲੇ ਦਾ ਜਿਹੜਾ ਤਾਪਮਾਨ ਹੈ ਉਹ ਵੱਧ ਜਾਂਦਾ। ਤਾਂ ਇਹਦੇ ਤੋਂ ਜਦੋਂ ਤੁਹਾਡਾ ਤਾਪਮਾਨ ਵਧੇਗਾ ਤਾਂ ਤੁਹਾਡੇ ਇਕੱਲੇ ਇਲਾਕੇ ਦਾ ਹੀ ਨਹੀਂ ਵਧੇਗਾ, ਪੂਰੇ ਤੁਸੀਂ ਕਹੋਗੇ ਸਾਡੇ ਦੇਸ਼ ਦਾ ਵੱਧ ਗਿਆ, ਫਿਰ ਤੁਸੀਂ ਦੇਖੋਗੇ ਪੂਰੇ ਵਿਸ਼ਵ ਦਾ ਵੱਧ ਗਿਆ ਹੋਇਆ। ਤਾਂ ਜਦੋਂ ਵਿਸ਼ਵ ਦਾ ਤਾਪਮਾਨ ਵਧਿਆ ਤਾਂ ਸਮਝ ਲਓ ਕਿ ਕੁਝ ਅਣਸੁਖਾਵੀਆਂ ਘਟਨਾਵਾਂ ਜਿਹੜੀਆਂ ਸਾਡੇ ਵਾਤਾਵਰਣ ਦੇ ਵਿੱਚ ਹੋ ਰਹੀਆਂ, ਜਿਹੜੀਆਂ ਵਾਤਾਵਰਣ ਦੇ ਲਈ ਅਨੁਕੂਲ ਨਹੀਂ ਹੈ, ਔਰ ਅਗਰ ਵਾਤਾਵਰਣ ਨੂੰ ਵਿਗਾੜ ਕਰ ਰਹੀਆਂ ਤਾਂ ਫਿਰ ਉਹ ਸਾਡੇ ਲਈ ਵੀ ਅਨੁਕੂਲਤ ਨਹੀਂ ਹੈ, ਉਹ ਸਾਨੂੰ ਵੀ ਨੁਕਸਾਨ ਪਹੁੰਚਾ ਰਹੀਆਂ। ਤਾਂ ਇਹਦਾ ਮਤਲਬ ਵਾਤਾਵਰਣ ਦੇ ਤਾਪਮਾਨ ਤੋਂ ਤੁਹਾਨੂੰ ਇੱਕ ਸੂਚਕ ਜਿਹੜਾ ਉਹਨੇ ਤੁਹਾਨੂੰ ਦੱਸ ਦਿੱਤਾ ਕਿ ਵਾਤਾਵਰਣ ਦੇ ਵਿੱਚ ਵਿਗਾੜ ਹੋ ਰਿਹਾ। ਇਹ ਬਿਲਕੁਲ ਉਵੇਂ ਹੀ ਹੈ ਕਿ ਜਿਵੇਂ ਸਾਡੇ ਸਰੀਰ ਦੇ ਵਿੱਚ ਅਗਰ ਤਾਪਮਾਨ ਵੱਧ ਜਾਏ, ਸਾਨੂੰ ਬੁਖਾਰ ਆ ਜਾਏ, ਤਾਂ ਸਾਨੂੰ ਇਹ ਪਤਾ ਚੱਲ ਜਾਂਦਾ ਵੀ ਅਸੀਂ ਠੀਕ ਨਹੀਂ ਹੈਗੇ, ਸਾਡੀ ਸਿਹਤ ਜਿਹੜੀ ਉਹ ਠੀਕ ਨਹੀਂ ਹੈ, ਤਾਂ ਉਹ ਸੂਚਕ ਹੋ ਗਿਆ। ਮਤਲਬ ਤਾਪਮਾਨ ਸਾਡੇ ਸਰੀਰ ਦਾ ਵੱਧ ਗਿਆ ਤਾਂ ਉਹ ਇੱਕ ਸੂਚਕ ਹੋ ਗਿਆ। ਤਾਂ ਉਸੇ ਤਰੀਕੇ ਦੇ ਨਾਲ ਸੋ ਵਾਤਾਵਰਣ ਦੇ ਵਿੱਚ ਅਗਰ ਤਾਪਮਾਨ ਵਧੇਗਾ ਤਾਂ ਉਹ ਵੀ ਸਾਡੇ ਵਾਤਾਵਰਣ ਦੇ ਲਈ ਸੂਚਕ ਹੋਏਗਾ ਕਿ ਕੀ ਵਿਗਾੜ ਆਇਆ ਹੈ। ਤਾਂ ਇਸ ਤਰੀਕੇ ਦੇ ਨਾਲ ਵਾਤਾਵਰਣ ਨੂੰ ਜਿਹੜੀਆਂ ਚਲਾਉਣ ਵਾਲੀਆਂ ਤਾਕਤਾਂ ਹੈ, ਕੋਈ ਦਬਾਅ ਹੈ, ਸੋ ਹਾਲਾਤ ਹੈ, ਪ੍ਰਸਥਿਤਿਕ ਪ੍ਰਭਾਵ ਹੈ, ਸੋ ਜਾਂ ਸਮਾਜਿਕ ਪ੍ਰਤੀਕਿਰਿਆਵਾਂ ਹੈ ਸਾਡੀਆਂ, ਤਾਂ ਉਹ ਇਹਦੀ ਸੋ ਕੀ ਹੈ ਪ੍ਰਤੱਖ ਤਸਵੀਰ ਜਿਹੜੀ ਆ ਉਹ ਸਾਨੂੰ ਇਹਨਾਂ ਸੂਚਕਾਂ ਤੋਂ ਪਤਾ ਚੱਲ ਜਾਂਦੀ ਹੈ। ਤਾਂ ਵਾਤਾਵਰਣੀ ਸੂਚਕ ਜਿਹੜੇ ਉਹ ਭੌਤਿਕ, ਜੈਵਿਕ ਅਤੇ ਰਸਾਇਣਿਕ, ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ
ਕਿ ਇਹਨਾਂ ਨੂੰ ਆਪਾਂ 3 ਹਿੱਸਿਆਂ ਦੇ ਵਿੱਚ ਵੰਡਦੇ ਹਾਂ ਵਾਤਾਵਰਣੀ ਸੂਚਕਾਂ ਨੂੰ। ਤਾਂ ਸਟ੍ਰੈਟੋਸਫੀਅਰ ਸਾਡਾ ਇੱਕ ਵਾਤਾਵਰਨ ਜਿਹੜਾ ਸਾਡਾ ਹੈ, ਉਹਦੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਆਲੇ ਦੁਆਲੇ ਆ ਪਹਾੜੀਆਂ ਦੀਆਂ ਚੋਟੀਆਂ ਤੱਕ, ਉਹਨੂੰ ਅਸੀਂ ਟ੍ਰੋਪੋਸਫੀਅਰ ਬੋਲਦੇ ਹਾਂ। ਉਹਦੇ ਤੋਂ ਉੱਪਰ ਜਿਹੜਾ ਉਹ ਸਟ੍ਰੈਟੋਸਫੀਅਰ ਹੁੰਦਾ, ਜਿਹਦੇ ਵਿੱਚ ਓਜ਼ੋਨ ਦੀ ਸੰਘਣੀ ਪਰਤ ਜਿਹੜੀ ਉਹ ਪਾਈ ਜਾਂਦੀ ਹੈ। ਔਰ ਤੁਹਾਨੂੰ ਓਜ਼ੋਨ ਦੀ ਪਰਤ ਜਿਹੜੀ ਉਹਦਾ ਪਤਾ ਹੈ ਕਿ ਵੀ ਇਹ ਕੀ ਕੰਮ ਕਰਦੀ ਹੈ। ਇਹ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ, ਅਲਟਰਾਵਾਇਲਟ ਕਿਰਨਾਂ ਜਿਹੜੀਆਂ, ਉਹਨਾਂ ਨੂੰ ਰੋਕਦੀ ਹੈ ਧਰਤੀ ਤੱਕ ਆਉਣ ਤੋਂ। ਔਰ ਇਸ ਤਰੀਕੇ ਦੇ ਨਾਲ ਇਹ ਸਾਡੀ ਸਿਹਤ ਦੇ ਲਈ ਬੜੀ ਫਾਇਦੇਮੰਦ ਹੈ ਓਜ਼ੋਨ ਪਰਤ ਜਿਹੜੀ ਹੈ। ਠੀਕ ਹੈ, ਇਹ ਅਗਰ ਘਟਦੀ ਵੱਧਦੀ ਹੈ, ਇਹਦੀ ਜਿਹੜੀ ਪਰਤ ਹੈ ਉਹਦੀ ਜਿਹੜੀ ਮੋਟਾਈ ਹੈ, ਉਹ ਅਗਰ ਘਟਦੀ ਵੱਧਦੀ ਹੈ ਤਾਂ ਉਹ ਇੱਕ ਸੂਚਕ ਹੈ, ਠੀਕ ਹੈ, ਕਿ ਵਾਤਾਵਰਣ ਦੇ ਵਿੱਚ ਸਾਡੇ ਕੋਈ ਇੱਦਾਂ ਦੀਆਂ ਗੈਸਾਂ ਪੈਦਾ ਹੋ ਰਹੀਆਂ ਜਿਹੜੀਆਂ ਓਜ਼ੋਨ ਦੀ ਪਰਤ ਨੂੰ ਨੁਕਸਾਨ ਪਹੁੰਚਾ ਰਹੀਆਂ। ਇਹਦਾ ਮਤਲਬ ਇਹ ਸੂਚਕ ਹੋ ਗਿਆ। ਇਸੇ ਤਰੀਕੇ ਦੇ ਨਾਲ ਜੇਕਰ ਪ੍ਰਜਨਨ ਕਰਨ ਵਾਲੇ ਪੰਛੀ ਜਿਹੜੇ ਹੈ, ਉਹਨਾਂ ਦੇ ਜੋੜੇ ਜਿਹੜੇ ਹੈ, ਉਹਨਾਂ ਦੀ ਗਿਣਤੀ ਘਟਦੀ ਹੈ, ਤਾਂ ਉਹ ਵੀ ਕਿਸੇ ਥਾਂ ਦੇ ਉੱਤੇ, ਤਾਂ ਉਹ ਸੂਚਕ ਹੋਏਗਾ ਕਿ ਇਹਦਾ ਮਤਲਬ ਕੁਝ ਇੱਦਾਂ ਦੀਆਂ ਚੀਜ਼ਾਂ ਹੈ ਵਾਤਾਵਰਣ 'ਚ ਜਿਹੜੇ ਇਹਨਾਂ ਪੰਛੀਆਂ ਦੇ ਅੰਡੇ ਦੇਣ ਦੀ ਪ੍ਰਜਨਨ ਸ਼ਕਤੀ ਨੂੰ ਘਟਾ ਰਹੀਆਂ, ਤੇ ਜਾਂ ਫਿਰ ਇਹਨਾਂ ਦੇ ਅੰਡੇ ਜਿਹੜੇ ਆ ਉਹ ਪੈਦਾ ਹੋਰ ਮਤਲਬ ਇਹ ਦੇ ਰਹੇ ਅੰਡੇ, ਪਰ ਉਹ ਅੰਡੇ ਫਟ ਜਾਂਦੇ ਆ ਜਲਦੀ, ਔਰ ਇਸ ਕਰਕੇ ਇਹਨਾਂ ਦਾ ਜਿਹੜੇ ਪਕਸ਼ੀਆਂ ਦੀ ਜਿਹੜੀ ਗਿਣਤੀ ਹੈ ਉਹ ਘਟ ਰਹੀ ਹੈ, ਉਹਨਾਂ ਦੀ ਜਿਹੜੀ ਅੱਗੇ ਪਾਪੂਲੇਸ਼ਨ ਆ ਉਹ ਘਟ ਰਹੀ ਹੈ। ਤੇ ਇਹ ਕੁਝ ਸੂਚਕ ਹੁੰਦੇ ਆ ਇਸ ਤਰ੍ਹਾਂ ਦੇ। ਤਾਂ ਹੁਣ ਸੂਚਕ ਜਿਹੜੇ ਮਨੁੱਖੀ ਕਿਰਿਆਵਾਂ ਤੇ ਮਨੁੱਖ ਦੁਆਰਾ ਨਿਰਮਿਤ ਦਬਾਅ, ਜਿਵੇਂ ਕਿ ਹਰਾ ਗ੍ਰਹਿ ਪ੍ਰਭਾਵ ਜਿਹੜਾ ਹੈ, ਉਹਦੀਆਂ ਗੈਸਾਂ ਦਾ ਨਿਕਾਸ, ਜਾਂ ਸਮਾਜਿਕ ਪ੍ਰਤੀਕਿਰਿਆਵਾਂ ਜੋ ਵਾਤਾਵਰਣੀ ਪਹਿਲੂਆਂ ਦੇ ਨਾਲ ਸੰਬੰਧਿਤ ਹਨ, ਤਾਂ ਜਿਵੇਂ ਕਿ ਸੀਵੇਜ ਦੇ ਉਪਚਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਮਿਣ ਸਕਦੇ ਹਨ। ਕੀ ਹੈ ਇਹ ਲਾਈਨਾਂ ਜਿਹੜੀਆਂ ਕੀ ਕਹਿ ਰਹੀਆਂ ਕਿ ਵੀ ਜਿਹੜੇ ਸਾਡਾ ਵਾਤਾਵਰਣ ਦੇ ਉੱਤੇ ਜਿਹੜੇ ਦਬਾਅ ਪੈਂਦੇ ਹੈ, ਠੀਕ ਹੈ, ਤਾਂ ਜਿਵੇਂ ਹਰਾ ਪ੍ਰਭਾਵ ਪੈਦਾ ਕਰਨ ਵਾਲੀਆਂ ਗੈਸਾਂ ਹੈ, ਜਾਂ ਸਮਾਜਿਕ ਪ੍ਰਤੀਕਿਰਿਆਵਾਂ ਹੈ ਜਿਹੜੀਆਂ ਸਾਡੀਆਂ, ਠੀਕ ਹੈ, ਤਾਂ ਉਹ ਅਸੀਂ ਮਤਲਬ ਸਾਡੇ ਜਿਹੜੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜਿਹੜੀ ਸਾਨੂੰ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ, ਤਾਂ ਉਹ ਅਸੀਂ ਕਈ ਪਹਿਲੂਆਂ ਤੋਂ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ। ਠੀਕ ਹੈ, ਸੀਵੇਜ ਦਾ ਜਿਹੜਾ ਉਪਚਾਰ ਕਰਨ ਵਾਲਾ ਜਿਹੜੇ ਲੋਕ ਹੈ, ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਅਗਰ ਅਸੀਂ ਮਿਣ ਲਈਏ, ਠੀਕ ਹੈ, ਤਾਂ ਸਾਨੂੰ ਪਤਾ ਚੱਲੇਗਾ ਕਿ ਵੀ ਇਹਦਾ ਮਤਲਬ ਸਾਡੇ ਸੀਵੇਜ ਦੀ ਟਰੀਟਮੈਂਟ ਜਿਹੜੀ ਹੈ ਉਹ ਹੋ ਕੇ ਚੀਜ਼ਾਂ ਸਾਡੇ ਵਾਤਾਵਰਣ 'ਚ ਜਾ ਰਹੀਆਂ, ਕਿ ਉਹ ਸੀਵੇਜ ਦੇ ਉਪਚਾਰ ਤੋਂ ਬਿਨਾਂ ਹੀ ਜਾ ਰਹੀਆਂ। ਜੇ ਹੁਣ ਸੀਵੇਜ ਪਲਾਂਟਸ ਹੀ ਨਹੀਂ ਹੋਣਗੇ ਤਾਂ ਲੋਕ ਉਹਦੇ ਵਿੱਚ ਕੰਮ ਹੀ ਨਹੀਂ ਕਰਨਗੇ। ਜੇ ਕੰਮ ਨਹੀਂ ਕਰਨਗੇ, ਜਾਂ ਘੱਟ ਸੀਵੇਜ ਪਲਾਂਟਸ ਹੋਣਗੇ ਤਾਂ ਘੱਟ ਲੋਕ ਕੰਮ ਕਰਨਗੇ। ਜਿੰਨੇ ਵੱਧ ਸੀਵੇਜ ਟਰੀਟਮੈਂਟ ਪਲਾਂਟਸ ਹੋਣਗੇ ਉਹਨੇ ਵੱਧ ਲੋਕਾਂ ਦੀ ਗਿਣਤੀ ਹੋਏਗੀ ਕੰਮ ਕਰਨ ਵਾਲਿਆਂ ਦੀ। ਅਤੇ ਇਹ ਜਿਹੜੀ ਗਿਣਤੀ ਹੈ ਉਹ ਵੀ ਇੱਕ ਤਰ੍ਹਾਂ ਦਾ ਸੂਚਕ ਬਣ ਜਾਂਦਾ ਕਿ ਸਾਡਾ ਜਿਹੜਾ ਵਾਤਾਵਰਣ ਹੈ ਉਹਦੇ ਵਿੱਚ ਕਿੰਨੀਆਂ ਕੁ ਗੈਸਾਂ ਜਾ ਰਹੀਆਂ, ਜਾਂ ਸਾਡੇ ਦਰਿਆਵਾਂ ਦੇ ਵਿੱਚ ਕਿੰਨੇ ਕੁ ਜਿਹੜੇ ਤਰਲ ਵਿਅਰਥ ਪਦਾਰਥ ਉਹ ਜਾ ਰਹੇ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਕਈ ਤਰ੍ਹਾਂ ਦੇ ਸੂਚਕ ਜਿਹੜੇ ਹੁਣ ਇਹਨਾਂ ਦੇ ਲਾਭ ਕੀ ਹੈਗੇ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਇਹਨਾਂ ਸੂਚਕਾਂ ਨੂੰ ਵਰਤਦੇ ਹਾਂ, ਅਤੇ ਰਾਸ਼ਟਰੀ ਪੱਧਰ ਦੇ ਉੱਤੇ ਸਾਡੀਆਂ ਯੋਜਨਾਵਾਂ ਬਣਾਉਣ ਦੇ ਲਈ, ਯੋਜਨਾਬੰਦੀ ਦੇ ਲਈ, ਪਾਲਿਸੀ ਦੇ ਮੰਤਵ ਸਪਸ਼ਟ ਕਰਨ ਦੇ ਲਈ, ਤਰਜੀਹ ਨਿਰਧਾਰਨ ਕਰਨ ਦੇ ਲਈ, ਠੀਕ ਹੈ, ਇਹਨਾਂ ਨੂੰ ਵਰਤਿਆ ਜਾਂਦਾ ਹੈ। ਤਾਂ ਮਤਲਬ ਅੱਗੇ ਜਿਹੜੇ ਸਾਡੇ ਮੰਤਰਾਲੇ ਹੈ, ਸੋ ਉਹਨਾਂ ਨੂੰ ਜਦੋਂ ਇਹਨਾਂ ਸੂਚਕਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹਦੇ ਮੁਤਾਬਕ ਜਿਹੜੀਆਂ ਫਿਰ ਅੱਗੇ ਯੋਜਨਾਬੰਦੀ ਕੀਤੀ ਜਾਂਦੀ ਹੈ, ਜਾਂ ਪਾਲਿਸੀਜ਼ ਜਿਹੜੀਆਂ ਉਹ ਬਣਾਈਆਂ ਜਾਂਦੀਆਂ, ਜਾਂ ਉਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਉਹ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਇਹ ਜਿਹੜੇ ਸਾਡੇ ਸੂਚਕ ਹੈ ਉਹ ਔਜ਼ਾਰ ਹੈ ਸਾਡੇ ਲਈ, ਜੋ ਵੱਖ-ਵੱਖ ਮੰਤਵਾਂ ਦੇ ਲਈ ਵਰਤੇ ਜਾ ਸਕਦੇ ਹੈ। ਕਿ ਕੀ ਮੰਤਵ ਹੋ ਸਕਦੇ, ਕਿਹੜੇ ਮੰਤਵਾਂ ਦੇ ਲਈ ਆਪਾਂ ਵਰਤ ਸਕਦੇ ਹਾਂ। ਇਹਨਾਂ ਨੂੰ ਇਹ ਦੇਖਣ ਦੇ ਲਈ ਵਰਤਿਆ ਜਾ ਸਕਦਾ ਕਿ ਵਾਤਾਵਰਣੀ ਮਕਸਦ ਸਾਡੇ ਪੂਰੇ ਹੋ ਰਹੇ ਹੈ ਕਿ ਨਹੀਂ ਹੋ ਰਹੇ ਹੈ। ਜੋ ਅਸੀਂ ਪਾਲਿਸੀਜ਼ ਬਣਾਈਆਂ ਸੀਗੀਆਂ ਅੱਜ ਤੋਂ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ, ਤਾਂ ਉਹਨਾਂ ਦੇ ਤੋਂ ਸਾਨੂੰ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ, ਇਹ ਮਾਪਣ ਦੇ ਵਿੱਚ ਸਾਨੂੰ ਇਹ ਸੂਚਕ ਜਿਹੜੇ ਆ ਉਹ ਮਦਦ ਕਰਦੇ ਆ। ਵਾਤਾਵਰਣ ਦੀ ਹਾਲਤ ਨੂੰ ਆਮ ਲੋਕਾਂ ਨੂੰ ਦੱਸਣ ਅਤੇ ਨੀਤੀ ਘਾੜਿਆਂ ਨੂੰ ਦੱਸਣ ਦੇ ਲਈ ਵੀ ਇਹ ਸੂਚਕ ਜਿਹੜੇ ਆ ਮਦਦ ਕਰਦੇ। ਉਹ ਤਾਂ ਆਪਾਂ ਹੁਣੇ ਕੀਤਾ ਹੀ ਹੈ ਕਿ ਪਾਲਿਸੀਜ਼ ਜਿਹੜੀਆਂ ਉਹ ਇਹਨਾਂ ਸੂਚਕਾਂ ਦੇ ਹਿਸਾਬ ਦੇ ਨਾਲ ਹੀ ਬਣਾਈਆਂ ਜਾਂਦੀਆਂ। ਠੀਕ ਹੈ, ਅਤੇ ਆਮ ਲੋਕਾਂ ਨੂੰ ਵੀ ਆਪਾਂ ਦੱਸ ਸਕਦੇ ਹਾਂ ਕਿ ਵੀ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਦੱਸ ਸਕਦੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਵੀ ਸਾਡੇ ਵਾਤਾਵਰਣ ਦੇ ਵਿੱਚ ਕੀ ਵਿਗਾੜ ਹੋ ਰਿਹਾ। ਸੋ ਇਹਨਾਂ ਨੂੰ ਵਾਤਾਵਰਣ ਦੇ ਰੁਝਾਨ ਦੀ ਜਾਣਕਾਰੀ ਲੈਣ ਦੇ ਲਈ ਵੀ ਵਰਤਿਆ ਜਾ ਸਕਦਾ ਕਿ ਵੀ ਸਾਡਾ ਵਾਤਾਵਰਣ ਦੇ ਵਿੱਚ ਸੁਧਾਰ ਆ ਰਿਹਾ ਕਿ ਨੁਕਸਾਨ ਹੋ ਰਿਹਾ, ਉਹ ਵੀ ਇਹ ਸੂਚਕਾਂ ਨੂੰ ਅਸੀਂ ਵਰਤ ਸਕਦੇ ਹਾਂ। ਤਾਂ ਹੁਣ ਦੇਖੋ ਇਹ ਕੁਝ ਉਦਾਹਰਨਾਂ ਜਿਹੜੀਆਂ ਆਪਾਂ ਦੇਖਦੇ ਹਾਂ ਕਿ ਜਿਵੇਂ ਇਹ ਸਾਡੇ ਮਸਲੇ ਆ ਕੁਝ, ਅਤੇ ਇਹ ਸਾਡੇ ਉਪਲਬਧ ਸੂਚਕ ਹੈ। ਜੇਕਰ ਕਾਰਬਨ ਡਾਈਆਕਸਾਈਡ ਦੀ ਨਿਕਾਸ ਦੀ ਤੀਬਰਤਾ ਜਿਹੜੀ ਹੈ
ਠੀਕ ਹੈ, ਵੱਧ ਹੋਏਗੀ ਤਾਂ ਸਾਡੇ ਨੈਚੁਰਲੀ ਇਹ ਜਲਵਾਯੂ ਦੇ ਵਿੱਚ ਪਰਿਵਰਤਨ ਹੋਏਗਾ। ਔਰ ਅਗਰ ਜਲਵਾਯੂ ਦੇ ਵਿੱਚ ਪਰਿਵਰਤਨ ਹੋ ਰਿਹਾ ਤਾਂ ਤੁਸੀਂ, ਤੁਹਾਡਾ ਸੂਚਕ ਕੌਣ ਹੈ? ਕਾਰਬਨ ਡਾਈਆਕਸਾਈਡ ਦੇ ਨਿਕਾਸ ਦੀ ਤੀਬਰਤਾ। ਠੀਕ ਹੈ, ਇਹ ਤੁਹਾਡਾ ਇੱਕ ਸੂਚਕ ਹੈ। ਓਜ਼ੋਨ ਦੀ ਪੱਟੀ ਜਿਹੜੀ ਹੈ, ਠੀਕ ਹੈ, ਓਜ਼ੋਨ ਦੀ ਪੱਟੀ ਦੇ ਵਿੱਚ ਅਗਰ ਕੋਈ ਵੀ ਘਟਦਾ ਵੱਧਦੀ ਹੈ ਉਹਦੀ ਥਿਕਨੈਸ ਜਿਹੜੀ ਹੈ, ਤੇ ਇਹ ਤੋਂ ਅਨੁਮਾਨ ਲਗਾਇਆ ਜਾ ਸਕਦਾ ਕਿ ਇਹਦਾ ਮਤਲਬ ਇਹਨੂੰ ਵਿਗਾੜ ਕਰਨ ਵਾਲੇ ਪਦਾਰਥ ਜਿਹੜੇ ਹੈ ਉਹਨਾਂ ਦੀ ਖਪਤ ਜ਼ਿਆਦਾ ਹੋ ਰਹੀ ਹੈ ਸਾਡੇ ਸਮਾਜ ਦੇ ਵਿੱਚ। ਠੀਕ ਹੈ, ਉਹ ਕੌਣ ਹੈ? ਕਲੋਰੋਫਲੋਰੋ ਕਾਰਬਨਸ। ਠੀਕ ਹੈ, ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸੋ ਕਲੋਰੋਫਲੋਰੋ ਕਾਰਬਨਸ। ਠੀਕ ਹੈ, ਤਾਂ ਇਹ ਪਦਾਰਥ ਜਿਹੜੇ ਕਿੱਥੋਂ ਪੈਦਾ ਹੁੰਦੇ ਆ? ਸਾਡੇ ਰੈਫਰੀਜਰੇਟਰਸ ਤੋਂ। ਸਾਡੀਆਂ ਜਿੰਨੀਆਂ ਵੀ ਫੋਮ ਵਾਲੀਆਂ ਜਿਨ੍ਹਾਂ ਤੋਂ ਝੱਗ ਬਣਦੀ ਹੈ, ਸਾਰੇ ਉਹ ਪਦਾਰਥ, ਜਿਵੇਂ ਸ਼ੇਵਿੰਗ ਕਰੀਮਸ ਹੋ ਗਈਆਂ, ਸਾਬੁਨ ਹੋ ਗਏ, ਸਾਡੇ ਬਹੁਤ ਸਾਰੇ ਡਿਟਰਜੈਂਟਸ ਹੋ ਗਏ, ਠੀਕ ਹੈ, ਸਾਡੇ ਸ਼ੈਂਪੂਸ ਹੋ ਗਏ, ਇਹਨਾਂ ਸਾਰਿਆਂ ਦੇ ਵਿੱਚੋਂ ਦੀ ਜਿਹੜੇ ਇਹ ਕਲੋਰੋਫਲੋਰੋ ਕਾਰਬਨਸ ਜਿਹੜੀਆਂ ਨਿਕਲਦੀਆਂ, ਤੁਸੀਂ ਦੇਖਦੇ ਹੋ ਝੱਗ ਜਿਹੜੀ ਪੈਦਾ ਹੁੰਦੀ ਹੈ, ਫਿਰ ਉਹ ਥੋੜ੍ਹੀ ਦੇਰ ਬਾਅਦ ਗਾਇਬ ਹੋ ਜਾਂਦੀ ਹੈ। ਉਹ ਉੜ ਕੇ ਉੱਪਰ ਸਾਡੇ ਸਟ੍ਰੈਟੋਸਫੀਅਰ ਤੱਕ ਪਹੁੰਚ ਜਾਂਦੀ ਹੈ ਅਤੇ ਉੱਥੇ ਓਜ਼ੋਨ ਪੱਟੀ ਦੇ ਨਾਲ ਕਿਰਿਆ ਕਰਕੇ ਉਹਨੂੰ ਉਹਦੀ ਥਿਕਨੈਸ ਜਿਹੜੀ ਹੈ, ਮੋਟਾਈ ਨੂੰ ਘਟਾ ਦਿੰਦੀ ਹੈ। ਤਾਂ ਇਹ ਇੱਕ ਸਾਡਾ ਇਹ ਸੂਚਕ ਹੋ ਗਿਆ ਇਹਦਾ ਮਤਲਬ। ਹੁਣ ਹਵਾ ਦੀ ਗੁਣਵੱਤਾ ਜਿਹੜੀ ਹੈ ਅਗਰ ਵਿਗੜ ਰਹੀ ਹੈ ਤਾਂ ਤੁਸੀਂ ਸਮਝ ਲਓ ਕਿ ਵੀ ਤੁਹਾਡੇ ਵਾਤਾਵਰਣ ਦੇ ਵਿੱਚ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਦਾ ਨਿਕਾਸ ਬਹੁਤ ਤੀਬਰਤਾ ਦੇ ਨਾਲ ਹੋ ਰਿਹਾ। ਇਹਦਾ ਮਤਲਬ ਇਹ ਸੂਚਕ ਹੈ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਦਾ ਜਿਹੜਾ ਰਿਸਾਵ ਹੈ ਤਾਂ ਹਵਾ ਦੇ ਵਿੱਚ ਚਿਮਨੀਆਂ ਤੋਂ ਜਾ ਰਿਹਾ ਉਹਦੇ ਉਦਯੋਗਾਂ ਦੇ, ਤਾਂ ਉਹ ਹਵਾ ਦੀ ਗੁਣਵੱਤਾ ਨੂੰ ਘਟਾਏਗਾ। ਮਿਊਨਸੀਪਲ ਵਿਅਰਥ ਪਦਾਰਥ ਜਿਹੜੇ ਹੈ ਜਿੰਨੇ ਵੀ, ਠੀਕ ਹੈ, ਜਿੰਨੇ ਵੀ ਸਾਡਾ ਸੀਵਰੇਜ ਤੋਂ ਜਿਹੜੇ ਵਿਅਰਥ ਪਦਾਰਥ ਜਾਂਦੇ ਆ ਜਾਂ ਇੰਡਸਟਰੀਜ਼ ਤੋਂ ਜਾਂਦੇ ਆ, ਤਾਂ ਉਹ ਵਿਅਰਥ ਪਦਾਰਥਾਂ ਦੀ ਮਾਤਰਾ ਜਿਹੜੀ ਹੈ ਉਹ ਅਗਰ ਸਾਡੀ ਨਦੀਆਂ ਦੇ ਵਿੱਚ ਜ਼ਿਆਦਾ ਹੋ ਰਹੀ ਹੈ ਤਾਂ ਸਮਝ ਲਓ ਕਿ ਸਾਡੇ ਮਿਊਨਸੀਪਲ ਜਿਹੜੇ ਸ਼ਹਿਰਾਂ ਤੋਂ ਸੀਵੇਜ ਦੇ ਜਿਹੜੀ ਨਿਕਾਸੀ ਹੈ ਉਹ ਜ਼ਿਆਦਾ ਹੋ ਰਹੀ ਹੈ, ਔਰ ਉਹਨੂੰ ਟ੍ਰੀਟਮੈਂਟ ਕੀਤੇ ਬਿਨਾਂ ਹੀ ਉਹਨਾਂ ਨੂੰ ਨਦੀਆਂ ਦੇ ਵਿੱਚ ਭੇਜਿਆ ਜਾ ਸਕਦਾ। ਦਿਸ ਇਜ਼ ਵਾਟ ਹੈਪਨਡ ਵਿਦ ਗੰਗਾ ਐਂਡ ਯਮੁਨਾ। ਗੰਗਾ ਦੇ ਕਿਨਾਰੇ ਦੇ ਉੱਤੇ ਸਾਡੇ ਜਿਹੜੇ ਕੁਝ ਸ਼ਹਿਰ ਜਿਹੜੇ ਆ ਉਹ ਬਸੇ ਹੋਏ ਹੈ, ਤਾਂ ਉਹ ਪ੍ਰਯਾਗਰਾਜ ਆ, ਜਿੱਦਾਂ ਸਭ ਤੋਂ ਜ਼ਿਆਦਾ ਇਹ ਕਿਹਾ ਜਾਂਦਾ ਕਿ ਪ੍ਰਯਾਗਰਾਜ ਤੋਂ ਬਹੁਤ ਜ਼ਿਆਦਾ ਸੀਵਰੇਜ ਦਾ ਜਿਹੜਾ ਵੇਸਟ ਹੈ ਉਹ ਜਾਂਦਾ ਸੀਗਾ ਗੰਗਾ ਦੇ ਵਿੱਚ, ਜਿਹਨੂੰ ਹੁਣ ਬੰਦ ਕਰ ਦਿੱਤਾ ਗਿਆ। ਉੱਥੇ ਟ੍ਰੀਟਮੈਂਟ ਪਲਾਂਟ ਲਗਾ ਕੇ ਟ੍ਰੀਟਮੈਂਟ ਕਰਕੇ ਹੀ ਹੁਣ ਗੰਗਾ ਦੇ ਵਿੱਚ ਜਾਂਦਾ, ਤਾਂ ਉਹਦੇ ਨਾਲ ਗੰਗਾ ਦੇ ਵਿੱਚ ਸੁਧਾਰ ਆਇਆ, ਉਹਦੇ ਪਾਣੀ ਦੇ ਵਿੱਚ ਸ਼ੁੱਧਤਾ ਜਿਹੜੀ ਵਧੀ ਹੈ। ਸੋ ਇਹ ਸੀਗੇ ਕੁਝ ਸੂਚਕ ਜਿਹੜੇ ਹੈ, ਜਸਟ ਉਦਾਹਰਨਾਂ। ਤਾਂ ਹੁਣ ਆਪਾਂ ਇੱਕ ਇੱਕ ਕਰਕੇ ਕਰਾਂਗੇ। ਜੈਵਿਕ ਸੂਚਕ, ਅਤੇ ਫਿਰ ਉਹਦੇ ਵਿੱਚ ਅੱਗੇ ਪੌਦੇ, ਜੰਤੂ ਅਤੇ ਸੂਖਮ ਜੀਵ। ਆਪਾਂ 3 ਤਰ੍ਹਾਂ ਦੇ ਸੂਚਕ ਜਿਹੜੇ ਆ ਕਰਾਂਗੇ। ਜੈਵਿਕ ਸੂਚਕ ਜਿਹੜੇ ਆ, ਜੈਵਿਕ ਦਾ ਮਤਲਬ ਜਿੰਦਾ, ਠੀਕ ਹੈ, ਜਿਹੜੇ ਜਾਨਦਾਰ ਹੈ, ਜਿਹੜੇ ਲਿਵਿੰਗ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜੈਵਿਕ। ਤਾਂ ਜੰਤੂ ਜਾਂ ਪੌਦੇ ਜਾਂ ਈਵਨ ਸੂਖਮ ਜੀਵ ਜੋ ਕਿਸੇ ਨਾ ਕਿਸੇ ਰੂਪ ਵਿੱਚ ਵਾਤਾਵਰਣੀ ਸੂਚਕਾਂ ਦੇ ਤੌਰ 'ਤੇ ਵਰਤੇ ਜਾਂਦੇ ਆ, ਇਹ ਕਿਸੇ ਖਾਸ ਖੇਤਰ ਦੇ ਵਾਤਾਵਰਣ ਦੇ ਗੁਣ ਬਾਰੇ ਸਾਨੂੰ ਦੱਸਦੇ ਆ। ਕਿਵੇਂ ਕੀ ਹੈ ਕਿ ਦੱਸਦੇ? ਇਹਨਾਂ ਵਿੱਚੋਂ ਦੀ ਕੁਝ ਕੁ ਜਿਹੜੇ ਆ ਸੂਚਕ ਇੱਦਾਂ ਦੇ ਹੁੰਦੇ ਆ ਜਿਹੜੇ ਕੁਝ ਖਤਰਨਾਕ ਪਦਾਰਥਾਂ ਨੂੰ ਆਪਣੇ ਅੰਦਰ ਸੋਖ ਲੈਂਦੇ ਆ, ਜਜ਼ਬ ਕਰ ਲੈਂਦੇ ਆ। ਇਹਨਾਂ ਦੇ ਵਿੱਚ ਕੁਝ ਇੱਦਾਂ ਦੀਆਂ, ਸਾਡੇ ਦੇਖਿਆ ਉਹਨਾਂ ਸੜਕਾਂ ਦੇ ਆਲੇ ਦੁਆਲੇ ਕੁਝ ਖਾਸ ਕਿਸਮ ਦੇ ਪੌਦੇ ਜਿਹੜੇ ਉਹ ਲਗਾਏ ਜਾਂਦੇ ਆ, ਤਾਂ ਉਹ ਇਹ ਹਵਾ ਦੇ ਵਿੱਚ ਜਿਹੜੇ ਕਣ ਹੁੰਦੇ ਆ ਉਹਨਾਂ ਨੂੰ ਆਪਣੇ ਅੰਦਰ ਲੈ ਲੈਂਦੇ ਆ, ਜਾਂ ਗੈਸਾਂ ਜਿਹੜੀਆਂ ਉਹਨਾਂ ਨੂੰ ਆਪਣੇ ਅੰਦਰ ਲੈ ਲੈਂਦੇ ਆ, ਸੋਖ ਲੈਂਦੇ ਆ। ਇਹਨਾਂ ਦੀ ਜੀਵਨ ਪ੍ਰਕਿਰਿਆ ਜਿਹੜੀ ਹੈ ਉਹ ਬਹੁਤ ਪ੍ਰਭਾਵਿਤ ਹੁੰਦੀ ਹੈ ਅਗਰ ਵਾਤਾਵਰਣ ਦੇ ਵਿੱਚ ਤਬਦੀਲੀ ਆਉਂਦੀ ਹੈ। ਵਾਤਾਵਰਣ ਦੇ ਵਿੱਚ ਪ੍ਰਦੂਸ਼ਕ ਜਿਹੜੇ ਅਗਰ ਵੱਧ ਜਾਣ ਤਾਂ ਇਹਨਾਂ ਦੀ ਜੀਵਨ ਕਿਰਿਆ, ਜਿਹੜਾ ਜੀਵਨ ਚੱਕਰ ਹੈ, ਉਹਦੇ ਵਿੱਚ ਬਹੁਤ ਫਰਕ ਪੈਂਦਾ ਹੈ, ਔਰ ਇਹ ਕਦੀ ਕਦੀ ਤਾਂ ਉਸ ਖੇਤਰ ਦੇ ਵਿੱਚੋਂ ਦੀ ਫਿਰ ਗਾਇਬ ਹੀ ਹੋ ਜਾਂਦੇ ਆ ਜਿੱਥੇ ਪ੍ਰਦੂਸ਼ਕ ਜਿਹੜੇ ਜ਼ਿਆਦਾ ਹੋ ਜਾਂਦੇ ਆ। ਇਹਦੇ ਵਿੱਚ ਆਪਾਂ ਉਦਾਹਰਣ ਜਿਹੜੀ ਅੱਗੇ ਜਾ ਕੇ ਲਾਈਕਨਸ ਦੀ ਕਰਾਂਗੇ। ਲਾਈਕਨ ਜਿਹੜੇ ਜਿੱਥੇ ਵੀ ਪ੍ਰਦੂਸ਼ਣ ਹਵਾ ਦਾ ਜ਼ਿਆਦਾ ਹੋਏਗਾ ਉੱਥੋਂ ਦੀ ਖਤਮ ਹੋ ਜਾਂਦੇ ਆ, ਤਾਂ ਉਹ ਇੱਕ ਤਰ੍ਹਾਂ ਦਾ ਸੂਚਕ ਬਣ ਗਿਆ। ਫਿਰ ਜਿੱਥੇ ਲਾਈਕਨ ਨਹੀਂ ਆ ਤਾਂ ਸਮਝ ਲਓ ਕਿ ਉੱਥੇ ਪ੍ਰਦੂਸ਼ਣ ਹੈ। ਉਸ ਤੋਂ ਬਾਅਦ ਇਹ ਪਰਿਸਥਿਤਿਕ ਪ੍ਰਬੰਧਾਂ ਦੀ ਜਿਹੜੀ ਬਣਤਰ ਹੈ, ਸਾਡੀ ਇੱਕ ਖਾਸ ਬਣਤਰ ਹੈ। ਸਾਡਾ ਈਕੋਸਿਸਟਮ ਜਿਹੜਾ ਸਾਡਾ ਪਰਿਸਥਿਤਿਕ ਪ੍ਰਬੰਧ ਜਿਹੜਾ ਹੈ, ਉਹਦੇ ਵਿੱਚ ਲਿਵਿੰਗ ਅਤੇ ਨੋਨ ਲਿਵਿੰਗ ਜਿੰਨੇ ਵੀ ਹੈ ਉਹ ਸਭ ਇੱਕ ਦੂਜੇ ਦੇ ਨਾਲ ਤਾਲਮੇਲ ਬਣਾ ਕੇ ਚੱਲਦੇ ਆ। ਆਪਾਂ ਪਹਿਲਾਂ ਵੀ ਕੀਤਾ ਸੀ ਪਿਛਲੇ ਚੈਪਟਰ ਦੇ ਵਿੱਚ, ਠੀਕ ਹੈ। ਸੋ ਕਿ ਹਵਾ, ਪਾਣੀ, ਜ਼ਮੀਨ ਤੋਂ ਖਣਿਜ ਪਦਾਰਥ ਜਿਹੜੇ ਆ ਉਹ ਲਿਵਿੰਗ ਜਿਹੜੇ ਜੀਵ ਹੈ ਉਹ ਲੈਂਦੇ ਹੈ, ਔਰ ਅਸੀਂ ਉਹਨਾਂ ਨੂੰ ਫਿਰ ਦਿੰਦੇ ਵੀ ਹਾਂ, ਚੀਜ਼ਾਂ ਜਿਹੜੀਆਂ ਦਿੰਦੇ ਵੀ ਹਾਂ, ਚਾਹੇ ਅਸੀਂ ਆਪਣੇ ਜੀਵਨ ਕਾਲ 'ਚ ਦਈਏ, ਚਾਹੇ ਅਸੀਂ ਮਰ ਕੇ ਦਈਏ। ਤਾਂ ਇਹ ਇੱਕ ਬੜਾ ਬੈਲੈਂਸ ਬਣਿਆ ਹੋਇਆ ਦੋਨਾਂ ਦੇ ਵਿਚਕਾਰ। ਪਰ ਉਸ ਬੈਲੈਂਸ ਦੇ ਵਿੱਚ, ਉਸ ਬਣਤਰ ਦੇ ਵਿੱਚ ਅਗਰ ਕੋਈ ਤਬਦੀਲੀ ਆਉਂਦੀ ਹੈ, ਜਿੱਦਾਂ ਮੰਨ ਲਓ ਕਿ ਆਪਾਂ ਇੱਕ ਲੈ ਲਿਆ ਪੌਂਡ, ਲੈ ਲਿਆ ਇੱਕ ਤਲਾਬ ਲੈ ਲਿਆ, ਉਹਦੇ ਵਿੱਚ ਅਗਰ ਡੱਡੂਆਂ ਦੀ ਗਿਣਤੀ ਜਿਹੜੀ ਹੈ ਜਾਂ ਡੱਡੂਆਂ ਦੇ ਜਿਹੜੇ ਲਾਰਵੇ ਹੈ ਉਹਨਾਂ ਦੀ ਗਿਣਤੀ ਅਚਾਨਕ ਬਿਲਕੁਲ ਖਤਮ ਹੋ ਜਾਏ, ਤਾਂ ਉੱਥੇ ਜਿਹੜੀ ਫੂਡ ਚੇਨ ਬਣੀ ਹੋਈ ਹੈ, ਭੋਜਨ ਲੜੀ ਜਿਹੜੀ ਬਣੀ ਹੋਈ ਹੈ, ਉਹਦੇ ਵਿੱਚ ਵਿਗਾੜ ਆ ਗਿਆ। ਤਾਂ ਬਹੁਤ ਸਾਰੇ ਜਿਹੜੇ ਜੰਤੂ ਜਿਹੜੇ ਅੱਗੇ ਉਸ ਦੇ ਵਿੱਚ ਸੀਗੇ, ਜਿਹੜੇ ਡੱਡੂਆਂ ਦੇ ਲਾਰਵੇ ਖਾ ਕੇ ਆਪਣਾ ਗੁਜ਼ਾਰਾ ਕਰਦੇ ਸੀ, ਜਿਵੇਂ ਛੋਟੀਆਂ ਮੱਛੀਆਂ ਹੈ, ਤਾਂ ਉਹ ਵੀ ਖਤਮ ਹੋ ਜਾਣਗੀਆਂ ਹੌਲੀ ਹੌਲੀ। ਤਾਂ ਉਸ ਪਰਿਸਥਿਤਿਕ ਪ੍ਰਬੰਧ ਦੀ, ਇਹਦਾ ਮਤਲਬ ਬਣਤਰ ਦੇ ਵਿੱਚ ਤਬਦੀਲੀ ਆ ਗਈ ਹੈ। ਉਹ ਹੌਲੀ ਹੌਲੀ ਉਹ ਪੌਂਡ ਡੈਡ ਹੋ ਜਾਏਗਾ, ਖਤਮ ਹੋ ਜਾਏਗਾ।
ਤਾਂ ਜਾਤੀਆਂ ਇਸ ਤਰ੍ਹਾਂ ਪ੍ਰਜਾਤੀਆਂ ਦੀ ਗਿਣਤੀ ਵੀ ਜਿਹੜੀ ਆ ਉਹ ਘੱਟ ਜਾਂਦੀ ਹੈ, ਕਈ ਵਾਰੀ ਬਣਤਰ ਦੇ ਵਿੱਚ ਇੰਨੀ ਤਬਦੀਲੀ ਹੋ ਜਾਂਦੀ ਹੈ। ਤਾਂ ਇਹ ਜਿਹੜਾ ਨਿਗਾਰ ਜਿਹੜਾ ਮਤਲਬ ਵਿਗਾੜ ਆਉਂਦਾ ਉਹ ਸਾਨੂੰ ਸੂਚਕ ਜਿਹੜੇ ਆ ਜੈਵਿਕ ਸੂਚਕ ਜਿਹੜੇ ਦੱਸ ਸਕਦੇ ਆ। ਹੁਣ ਅਸੀਂ ਕਰਾਂਗੇ ਪੌਦਾ ਸੂਚਕ ਦੇ ਤੌਰ ਦੇ ਉੱਤੇ, ਠੀਕ ਹੈ, ਪੌਦੇ ਜਿਹੜੇ ਆ ਸੂਚਕ ਦੇ ਤੌਰ ਦੇ ਉੱਤੇ। ਤਾਂ ਬਨਸਪਤਿਕ ਜੀਵਨ ਜਿਹੜਾ ਸਾਡਾ ਉਹ ਸਾਨੂੰ ਕਿਵੇਂ ਜਿਹੜਾ ਉਹ ਸੂਚਕਾਂ ਦਾ ਕੰਮ ਕਰਦਾ ਉਹ ਦੇਖਦੇ ਆਪਾਂ। ਸਭ ਤੋਂ ਪਹਿਲਾਂ ਹੈ ਲਾਈਕਨ। ਲਾਈਕਨਸ ਜਿਹੜੇ ਆ ਉਹ ਇੱਕ ਇੱਦਾਂ ਦੀ ਸਟਰਕਚਰ ਹੁੰਦੀ ਹੈ ਜਿਹੜੀ ਕਾਈ ਅਤੇ ਉੱਲੀ ਦੋ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਠੀਕ ਹੈ। ਕਾਈ ਅਤੇ ਉੱਲੀ, ਉੱਲੀ ਤੁਸੀਂ ਸੁਣਿਆ ਹੋਇਆ, ਦੇਖਿਆ ਵੀ ਹੋਇਆ, ਜਿਹੜੀ ਅਚਾਰ ਦੇ ਉੱਤੇ ਲੱਗ ਜਾਂਦੀ ਹੈ ਅਤੇ ਵਾਈਟ ਕਲਰ ਦੀ ਹੁੰਦੀ ਹੈ, ਸਫੇਦ ਰੰਗ ਦੀ। ਔਰ ਕਾਈ ਜਿਹੜੀ ਉਹ ਹਰੇ ਰੰਗ ਦੀ ਹੁੰਦੀ ਹੈ, ਜਿਹੜੀ ਕਿ ਪਾਣੀ ਦੇ ਵਿੱਚ ਪਾਈ ਜਾਂਦੀ ਹੈ, ਤਲਾਬਾਂ ਦੇ ਵਿੱਚ, ਨਦੀਆਂ ਦੇ ਵਿੱਚ, ਝਰਨਿਆਂ ਦੇ ਵਿੱਚ ਕਾਈ ਜਿਹੜੀ ਉਹ ਆਮ ਆਪਾਂ ਦੇਖਦੇ ਹਾਂ। ਤਾਂ ਇਹ ਦੋਨਾਂ ਤੋਂ ਇਹ 'ਚ ਉੱਲੀ ਅਤੇ ਕਾਈ ਮਿਲ ਕੇ ਇੱਕ ਸਟਰਕਚਰ ਬਣਾਉਂਦੇ ਆ, ਉਹਨਾਂ ਨੂੰ ਆਪਾਂ ਲਾਈਕਨਸ ਕਹਿੰਦੇ ਹਾਂ। ਮੈਂ ਤੁਹਾਨੂੰ ਇੱਥੇ ਦਿਖਾਉਂਦੀ ਹਾਂ ਥੋੜ੍ਹੀ ਜਿਹੀ। ਸੋ ਇਹ ਇੱਕ ਜਿਹੜਾ ਲਾਈਕਨਸ ਜਿਹੜੇ ਹੈ ਇਹ ਦੇਖੋ, ਠੀਕ ਹੈ। ਸੋ ਇਹ ਲਾਈਕਨਸ ਹੈ, ਠੀਕ ਹੈ। ਸੋ ਇਹ ਇੰਡੀਕੇਟਰਸ ਹੈ ਏਅਰ ਪੋਲਿਊਸ਼ਨ ਦੇ। ਇਹ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਲਾਈਕਨਸ ਹੈ, ਠੀਕ ਹੈ। ਇਹ ਹਿਲ ਸਟੇਸ਼ਨਸ ਦੇ ਉੱਤੇ ਹੀ ਸਿਰਫ ਸਾਨੂੰ ਮਿਲਦੇ ਆ। ਔਰ ਇਹ ਆਮ ਜਿਹੜੇ ਸਾਡੀਆਂ ਮੈਦਾਨੀ ਇਲਾਕੇ ਹੈ ਉੱਥੇ ਇਸ ਲਈ ਨਹੀਂ ਮਿਲਦੇ ਕਿਉਂਕਿ ਉੱਥੇ ਪੋਲਿਊਸ਼ਨ ਹੁੰਦੀ ਹੈ ਔਰ ਇਹ ਪੋਲਿਊਸ਼ਨ 'ਚ ਰਹਿ ਨਹੀਂ ਸਕਦੇ। ਤਾਂ ਇਹਨਾਂ ਦੇ ਵਿੱਚ ਹੁਣ ਸਲਫਰ ਡਾਈਆਕਸਾਈਡ, ਸਲਫਰ ਵਾਲੇ ਪ੍ਰਦੂਸ਼ਕਾਂ ਅਤੇ ਨਾਈਟ੍ਰੋਜਨ ਆਕਸਾਈਡ, ਇਹ ਇੱਦਾਂ ਦੇ ਪ੍ਰਦੂਸ਼ਕ ਪਦਾਰਥ ਹੈ ਜਿਹੜੇ ਇਹਨਾਂ ਨੂੰ ਪ੍ਰਭਾਵਿਤ ਕਰਦੇ ਹੈ। ਔਰ ਇਹ ਉਦਯੋਗਾਂ ਦੇ ਧੂਏ ਦੇ ਵਿੱਚੋਂ ਦੀ ਨਿਕਲਦੇ ਆ ਪਦਾਰਥ, ਸਲਫਰ ਡਾਈਆਕਸਾਈਡ, ਸਲਫਰ ਦੇ ਹੋਰ ਜਿਹੜੇ ਪ੍ਰਦੂਸ਼ਕ ਅਤੇ ਨਾਈਟ੍ਰੋਜਨ ਦੀਆਂ ਗੈਸਾਂ ਜਿਹੜੀਆਂ, ਠੀਕ ਹੈ ਜੀ। ਇਹਨਾਂ ਦੇ ਲਈ ਇਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ, ਇਸ ਕਰਕੇ ਇਹ ਸੜਕਾਂ ਦੇ ਆਲੇ ਦੁਆਲੇ ਤੁਹਾਨੂੰ ਨਹੀਂ ਮਿਲਣਗੇ। ਸਿਰਫ ਹਿਲ ਸਟੇਸ਼ਨਸ 'ਤੇ ਮਿਲਦੇ ਜਿੱਥੇ ਪ੍ਰਦੂਸ਼ਣ ਨਹੀਂ ਹੈ। ਹੁਣ ਸੋ ਜਿਹੜੇ ਸਾਡੇ ਜਲੀ ਪ੍ਰਬੰਧ ਹੈ, ਤਲਾਬ ਵਗੈਰਾ ਹੈ, ਉੱਥੇ ਕਾਈ ਦਾ ਉਗਣਾ, ਠੀਕ ਹੈ, ਖਾਸ ਕਿਸਮ ਦੀ ਜਿਹੜੀ ਕਾਈ ਹੈ ਜਾਂ ਕੁਝ ਪਾਣੀ ਦੇ ਵਿੱਚ ਪਾਏ ਜਾਣ ਵਾਲੇ ਪੌਦੇ ਵੀ ਹੈ, ਤਾਂ ਇਹਨਾਂ ਦਾ ਉੱਥੇ ਹੋਣਾ ਇਹ ਸ਼ੋਅ ਕਰਦਾ ਹੈ ਕਿ ਪਾਣੀ ਦੇ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਵਰਗੇ ਕਾਰਬਨਿਕ ਪਦਾਰਥ ਜਿਹੜੇ ਆ ਉਹ ਜ਼ਿਆਦਾ ਹੋ ਗਏ ਹੈ, ਮਤਲਬ ਪ੍ਰਦੂਸ਼ਣ ਹੋ ਗਿਆ ਹੈ, ਠੀਕ ਹੈ। ਇਹ ਕਿੱਥੋਂ ਆਏ? ਇਹ ਆਏ ਸਾਡੇ ਖੇਤਾਂ ਤੋਂ, ਠੀਕ ਹੈ। ਖੇਤਾਂ ਦੇ ਵਿੱਚ ਆਪਾਂ ਵਰਤਦੇ ਹਾਂ ਖਾਦਾਂ, ਰਸਾਇਣਿਕ ਅਤੇ ਕੀਟਨਾਸ਼ਕ ਵਰਤਦੇ ਹਾਂ। ਤਾਂ ਜਦੋਂ ਬਾਰਿਸ਼ ਹੁੰਦੀ ਹੈ ਤਾਂ ਉਹ ਫਿਰ ਪਾਣੀ ਦੇ ਵਿੱਚ ਬਹਿ ਕੇ ਨੇੜੇ ਦੇ ਜਿਹੜੇ ਤਲਾਬ ਹੈ ਜਾਂ ਨਦੀਆਂ ਉਹਨਾਂ ਦੇ ਵਿੱਚ ਚਲੇ ਜਾਂਦੇ ਆ ਨਾਈਟ੍ਰੋਜਨ ਅਤੇ ਫਾਸਫੋਰਸ ਵਾਲੇ ਕਾਰਬਨਿਕ ਪਦਾਰਥ, ਅਤੇ ਉੱਥੇ ਦੀ ਜਿਹੜੀ ਗੁਣਵੱਤਾ ਹੈ ਉਹਨੂੰ ਇਹ ਪ੍ਰਭਾਵਿਤ ਕਰਦੇ ਆ ਪਾਣੀ ਨੂੰ। ਅਤੇ ਉੱਥੇ ਗੁਣਵੱਤਾ ਪ੍ਰਭਾਵਿਤ ਹੋਣ ਦੇ ਨਾਲ ਉੱਥੇ ਕਾਈ ਜਿਹੜੀ ਹੈ ਉਹਨੂੰ ਤਾਂ ਵਧੀਆ ਹੋ ਜਾਂਦਾ, ਕਾਈ ਉੱਗੇਗੀ ਉੱਥੇ। ਪਰ ਜਿਹੜੇ ਲੋਕ ਉਸ ਪਾਣੀ ਦੇ ਉੱਤੇ ਡਿਪੈਂਡੈਂਟ ਹੈ ਜਾਂ ਜਾਨਵਰ ਉੱਥੇ ਪਾਣੀ ਪੀਂਦੇ ਹੈ ਉਹਨਾਂ ਦੇ ਲਈ ਮੁਸ਼ਕਿਲ ਹੋ ਜਾਏਗਾ। ਤਾਂ ਹੌਲੀ ਹੌਲੀ ਇਹ ਪੌਂਡ ਜਿਹੜਾ ਉਹ ਕਾਈ ਦੇ ਨਾਲ ਭਰ ਜਾਏਗਾ। ਯੂਟਰੀਕੁਲੇਰੀਆ ਚਾਰਾ ਲਿਖਿਆ ਹੋਇਆ, ਵੈਸੇ ਅਸੀਂ ਇਹਨੂੰ ਕਾਰਾ ਕਹਿੰਦੇ ਹਾਂ, ਕਾਈ ਹੈ ਵੀ ਇੱਕ। ਅਤੇ ਵੁਲਫੀਆ, ਠੀਕ ਹੈ। ਸੋ ਵਰਗੇ ਪੌਦੇ ਜਿਹੜੇ ਆ ਉਹ ਵੀ ਪ੍ਰਦੂਸ਼ਿਤ ਪਾਣੀ ਦੇ ਵਿੱਚ ਹੀ ਉੱਗਦੇ ਆ। ਯੂਟਰੀਕੁਲੇਰੀਆ ਇੱਕ ਇੱਦਾਂ ਦਾ ਪੌਦਾ ਜਿਹੜਾ ਇਨਸੈਕਟਸ ਨੂੰ ਖਾਂਦਾ ਹੈ। ਤੁਸੀਂ ਕਦੀ ਸ਼ਾਇਦ ਸੁਣਿਆ ਹੋਵੇ, ਜਿਹੜੇ ਬਾਇਓਲੋਜੀ ਵਾਲੇ ਬੱਚੇ ਉਹਨਾਂ ਨੂੰ ਤਾਂ ਪਤਾ ਹੈ, ਪਰ ਬਾਕੀ ਜਿਹੜੇ ਬੱਚੇ ਆ ਉਹਨਾਂ ਨੇ ਸ਼ਾਇਦ ਹੀ ਕਦੀ ਸੁਣਿਆ ਹੋਣਾ ਕਿ ਪੌਦੇ ਵੀ ਜੀਵ ਜੰਤੂਆਂ ਨੂੰ ਖਾਂਦੇ ਹੈ। ਯੂਟਰੀਕੁਲੇਰੀਆ ਇੱਕ ਇੱਦਾਂ ਦਾ ਪੌਦਾ ਹੈ ਜਿਹੜਾ ਇਨਸੈਕਟੀਵੋਰਸ ਹੈ, ਮਤਲਬ ਖਾਂਦਾ ਹੈ। ਤਾਂ ਇਹ ਇੱਦਾਂ ਦੇ ਥਾਵਾਂ ਦੇ ਉੱਤੇ ਹੁੰਦੇ ਜਿੱਥੇ ਪਾਣੀ ਪ੍ਰਦੂਸ਼ਿਤ ਹੋਵੇ, ਠੀਕ ਹੈ। ਸੋ ਇਹਨੂੰ ਦੇਖਦੇ ਹਾਂ ਆਪਾਂ, ਠੀਕ ਹੈ। ਸੋ ਇਹ ਹੈ ਯੂਟਰੀਕੁਲੇਰੀਆ, ਦੇਖੋ, ਠੀਕ ਹੈ। ਸੋ ਇਹ ਯੂਟਰੀਕੁਲੇਰੀਆ ਦੀ ਇੱਕ ਵੀਡੀਓ ਹੈ ਔਰ ਇਹ ਆਪਣੇ ਇਹਦਾ ਬਲੈਡਰ ਬਣਿਆ ਹੋਇਆ ਔਰ ਇਹਦੇ ਅੰਦਰ ਇਹ ਕੀੜਾ ਹੈ ਜਿਹਨੂੰ ਇਹ ਹਜਮ ਕਰ ਰਿਹਾ ਹੁਣ, ਠੀਕ ਹੈ ਜੀ। ਤਾਂ ਇਹ ਇੱਕ ਇਨਸੈਕਟੀਵੋਰਸ ਪਲਾਂਟ ਹੈ, ਰਾਈਟ। ਤਾਂ ਉਸ ਤੋਂ ਬਾਅਦ ਸੋ ਫਿਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕਾਰਾ ਐਲਗੀ ਹੈ, ਠੀਕ ਹੈ। ਸੋ ਦਿਸ ਵਨ, ਠੀਕ ਹੈ। ਸੋ ਇਹ ਕਾਰਾ ਐਲਗੀ ਹੈ, ਇਹ ਚਿਕਵੀਡ ਹੈ, ਠੀਕ ਹੈ। ਸੋ ਇਹ ਪੌਦਾ ਹੈ ਜਿਹੜਾ ਕਹਿ ਲਓ ਵੀਡ ਮਤਲਬ ਨਦੀਨ ਹੈ, ਇਹ ਨੈਟਲ ਹੈ। ਇਹਨਾਂ ਦਾ ਅੱਗੇ ਰੈਫਰੈਂਸ ਆਏਗਾ, ਇਹਨਾਂ ਨੂੰ ਆਪਾਂ ਹੁਣੇ ਕਰਾਂਗੇ। ਤਾਂ ਯੂਟਰੀਕੁਲੇਰੀਆ, ਕਾਰਾ ਅਤੇ ਵੁਲਫੀਆ, ਠੀਕ ਹੈ। ਸੋ ਇਹ ਪ੍ਰਦੂਸ਼ਿਤ ਪਾਣੀ 'ਚ ਪਾਏ ਜਾਂਦੇ ਆ। ਤਾਂ ਇਹਦਾ ਮਤਲਬ ਪਤਾ ਚੱਲ ਜਾਏਗਾ ਵੀ ਪਾਣੀ ਪ੍ਰਦੂਸ਼ਿਤ ਅਗਰ ਇਹ ਹੋਣਗੇ। ਨੈਟਲਸ ਆ ਗਿਆ ਅਤੇ ਚਿਕਵੀਡ, ਠੀਕ ਹੈ। ਸੋ ਇਹ ਉਪਜਾਊ ਭੂਮੀ ਦੇ ਵਿੱਚ ਪਾਏ ਜਾਂਦੇ ਆ। ਇਹਦਾ ਮਤਲਬ ਜਿੱਥੇ ਇਹ ਵੀਡਸ ਆ ਜਾਣ ਉਹ ਸਮਝ ਲਓ ਵੀ ਇਹ ਸੂਚਕ ਹੈਗੇ ਇਸ ਚੀਜ਼ ਦੇ ਕਿ ਵੀ ਉਪਜਾਊ ਭੂਮੀ ਹੈ ਇਹ, ਠੀਕ ਹੈ। ਇਹ ਕਿਸੇ ਵੀ ਉਹਦੇ ਲਈ ਪੌਦਿਆਂ ਦੇ ਲਈ ਸਾਡੇ ਲਈ ਉਪਜਾਊ ਹੈ। ਇਸੇ ਤਰ੍ਹਾਂ ਫਲੀਦਾਰ ਪੌਦੇ ਜਿਹੜੇ ਹੈ, ਠੀਕ ਹੈ, ਇਹਨਾਂ ਨੂੰ ਨਾਈਟ੍ਰੋਜਨ ਬਹੁਤ ਚਾਹੀਦੀ ਹੁੰਦੀ ਹੈ, ਠੀਕ ਹੈ। ਫਲੀਦਾਰ ਪੌਦੇ ਜਿਹੜੇ ਆ ਨਾ ਇਹਨਾਂ ਨੂੰ ਨਾਈਟ੍ਰੋਜਨ ਚਾਹੀਦੀ ਹੈ। ਸੋ ਵੈਸੇ ਤਾਂ ਇਹ ਹਵਾ ਤੋਂ ਨਾਈਟ੍ਰੋਜਨ ਲੈ ਕੇ ਉਹਦਾ ਸਥਿਰੀਕਰਨ ਕਰ ਲੈਂਦੇ ਆ। ਨਾਈਟ੍ਰੋਜਨ ਦਾ ਸਥਿਰੀਕਰਨ ਦਾ ਮਤਲਬ ਹੈ ਕਿ ਨਾਈਟ੍ਰੋਜਨ ਹਵਾ ਦੇ ਵਿੱਚੋਂ ਦੀ N2 ਜਿਹਨੂੰ ਅਸੀਂ ਬੋਲਦੇ ਹਾਂ, ਉਹਨੂੰ ਹਵਾ ਨੂੰ ਦੇ ਵਿੱਚੋਂ ਦੀ ਨਾਈਟ੍ਰੋਜਨ ਨੂੰ ਲੈ ਕੇ ਇਹ ਉਹਨੂੰ ਨਾਈਟ੍ਰੋਜਨ ਦੇ ਜਿਹੜੇ ਪਦਾਰਥ ਹੈ ਉਹਨਾਂ ਦੇ ਵਿੱਚ ਬਦਲ ਦਿੰਦੇ ਆ,
ਠੀਕ ਹੈ, ਆਕਸਾਈਡਸ ਦੇ ਵਿੱਚ ਜਾਂ ਅਮੋਨੀਅਮ ਦੇ ਵਿੱਚ, ਜਿੱਦਾਂ ਅਮੋਨੀਆ ਹੈ, ਅਮੋਨੀਅਮ ਆਇਨਸ ਜਿਹੜੇ ਉਹਨਾਂ 'ਚ ਬਦਲ ਦਿੰਦੇ ਆ। ਇਹਨੂੰ ਅਸੀਂ ਕਹਿੰਦੇ ਸਥਿਰੀਕਰਨ। ਇਹ ਜਿਹੜੇ ਕੰਪਾਊਂਡਸ ਹੈ ਇਹਨਾਂ ਨੂੰ ਫਿਰ ਇਹ ਆਪਣੇ ਉਹਦੇ ਲਈ ਕੰਮ ਦੇ ਲਈ, ਆਪਣੇ ਭੋਜਨ ਬਣਾਉਣ ਦੇ ਲਈ ਵਰਤ ਲੈਂਦੇ ਆ। ਤਾਂ ਅਗਰ ਫਲੀਦਾਰ ਪੌਦੇ ਜਿਹੜੇ ਹੈ ਕਿਤੇ ਨਾ ਮਤਲਬ ਪਾਏ ਜਾਣ, ਉੱਗਣ, ਤਾਂ ਇਹਦਾ ਮਤਲਬ ਉਸ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਦੀ ਜਿਹੜੀ ਹੈ ਘਾਟ ਹੈ। ਨਾਈਟ੍ਰੋਜਨ ਦੀ ਘਾਟ ਵਰਗੀਆਂ ਹਾਲਤਾਂ ਜਿਹੜੀਆਂ ਨਾਈਟ੍ਰੋਜਨ ਦਾ ਸਥਿਰੀਕਰਨ ਵਾਲੇ ਫਲੀਦਾਰ ਪੌਦਿਆਂ ਦੇ ਉੱਗਣ ਤੋਂ ਪਤਾ ਚੱਲਦੀਆਂ ਹਨ। ਜੇ ਉਹ ਨਾ ਉੱਗਣ ਉੱਥੇ ਤਾਂ ਇਹਦਾ ਮਤਲਬ ਨਾਈਟ੍ਰੋਜਨ ਦੀ ਘਾਟ ਹੈ। ਚੁਲਾਈ, ਇਹ ਤੁਸੀਂ ਸਾਰੇ ਜਾਣਦੇ ਹੋ, ਚੁਲਾਈ, ਬਾਥੂ ਵਰਗੇ ਪੌਦੇ ਜਿਹੜੇ ਆ ਅਜਿਹੀਆਂ ਥਾਵਾਂ 'ਤੇ ਉੱਗਦੇ ਹਨ ਜਿੱਥੇ ਪਸ਼ੂ ਜਿਹੜੇ ਉਹ ਬਹੁਤ ਜ਼ਿਆਦਾ ਘਾਹ ਚਰ ਚੁੱਕੇ ਹੈ। ਇਹਦਾ ਮਤਲਬ ਉੱਥੇ ਪਹਿਲਾਂ ਹੀ ਪਸ਼ੂਆਂ ਨੇ ਜ਼ਿਆਦਾ ਖਾ ਲਿਆ ਹੋਇਆ ਘਾਹ ਨੂੰ, ਤਾਂ ਉੱਥੇ ਫਿਰ ਇਹ ਚੁਲਾਈ ਅਤੇ ਬਾਥੂ ਵਰਗੇ ਜਿਹੜੇ ਪੌਦੇ ਆ ਉਹ ਉੱਗਣਗੇ। ਵੈਸੇ ਤਾਂ ਤੁਸੀਂ ਇਹਨੂੰ ਦੇਖਿਆ ਹੋਇਆ, ਚੁਲਾਈ ਅਤੇ ਬਾਥੂ ਜਿਹੜੇ ਪੌਦੇ ਹੈ, ਅਤੇ ਪਰ ਇੱਥੇ ਦੇਖੋ ਇਹ ਬਾਥੂ ਹੈ ਜਿਹੜਾ ਨੰਬਰ 1 'ਤੇ ਹੈ, ਇਹ ਚੁਲਾਈ ਹੈ। ਚੁਲਾਈ ਹਰੇ ਰੰਗ ਦੀ ਵੀ ਹੁੰਦੀ ਹੈ ਅਤੇ ਇਸ ਤਰ੍ਹਾਂ ਦੀ ਵੀ, ਇਹਦੇ ਪੱਤੇ ਜਿਹੜੇ ਥੋੜ੍ਹੇ ਥੋੜ੍ਹੇ ਬਾਅਦ ਵਿੱਚ ਇੱਦਾਂ ਹੋ ਜਾਂਦੇ ਆ। ਅਤੇ ਅੱਗੇ ਜਿਹੜੇ ਇਹ ਫਰਨਸ ਹੈ, ਠੀਕ ਹੈ। ਸੋ ਅਗਲਾ ਜਿਹੜਾ ਸਾਡੇ ਫਰਨਸ, ਤਾਂ ਆਪਾਂ ਦੇਖਦੇ ਹਾਂ। ਤਾਂ ਦੇਖੋ ਚੁਲਾਈ, ਬਾਥੂ ਵਰਗੇ ਜਿਹੜੇ ਪੌਦੇ ਹੋ ਗਏ। ਸੇਮ ਵਾਲੀ ਸਮਝਦਾ, ਵਾਟਰ ਲੌਗਿੰਗ ਵਾਲੀ ਜਿਹੜੀ ਜ਼ਮੀਨ ਹੈ ਜਿੱਥੇ ਪਾਣੀ ਉੱਪਰ ਜਮ੍ਹਾਂ ਹੋ ਜਾਂਦਾ ਤਾਂ ਪਾਣੀ ਦੀ ਨਿਕਾਸੀ ਜਿਹੜੀ ਉਹ ਨਹੀਂ ਹੋ ਪਾਉਂਦੀ, ਉੱਥੇ ਫਰਨਸ ਹੁੰਦੇ, ਜਿਹੜੇ ਮੈਂ ਤੁਹਾਨੂੰ ਹੁਣੇ ਦਿਖਾਇਆ ਫਰਨ। ਤਾਂ ਜਿਹੜੇ ਏਰੀਆਜ਼ ਅੱਗ ਦੇ ਨਾਲ ਜੰਗਲ ਹੈ ਜਿਹੜੇ ਤਬਾਹ ਹੋ ਜਾਂਦੇ ਆ, ਜਾਂ ਕੋਈ ਵੀ ਏਰੀਆ ਅੱਗ ਦੇ ਨਾਲ, ਉੱਥੇ ਪੋਪੂਲਸ ਅਤੇ ਫਰਨਸ, ਇਹੀ ਜਿਹੜੇ ਮੈਂ ਤੁਹਾਨੂੰ ਦੱਸਿਆ, ਅਤੇ ਇਹ ਉੱਗਦੇ ਆ ਜ਼ਿਆਦਾ, ਠੀਕ ਹੈ। ਪੋਪੂਲਸ ਅਤੇ ਫਰਨਸ ਜਿਹੜੇ ਉੱਗਦੇ ਆ ਜਿੱਥੇ ਅੱਗ ਦੇ ਨਾਲ ਪਹਿਲਾਂ ਕੋਈ ਜ਼ਮੀਨ ਜਿਹੜੀ ਤਬਾਹ ਹੋ ਚੁੱਕੀ ਹੁੰਦੀ ਹੈ। ਮੌਸ, ਜਿਹੜਾ ਉੱਪਰ ਇਹ ਰੈਫਰੈਂਸ ਆਇਆ ਮੌਸ ਅਤੇ ਫਰਨ, ਮੌਸ ਜਿਹੜਾ ਇੱਕ ਪੌਦੇ ਹੈ, ਖਾਸ ਕਿਸਮ ਦੇ ਬ੍ਰਾਇਓਫਾਈਟ ਅਸੀਂ ਇਹਨਾਂ ਨੂੰ ਬੋਲਦੇ ਹਾਂ, ਠੀਕ ਹੈ। ਅਤੇ ਇਹ ਜਿਹੜੇ ਸੇਮ ਵਾਲੀਆਂ ਥਾਵਾਂ 'ਤੇ, ਮਤਲਬ ਗਿੱਲੀਆਂ ਥਾਵਾਂ ਦੇ ਉੱਤੇ, ਥੋੜ੍ਹੀ ਦਲਦਲ ਵਾਲੀ ਥਾਂ ਦੇ ਉੱਤੇ ਉੱਗਦੇ ਆ। ਜੰਗਲਾਂ ਦੀ ਹੋਂਦ ਤੋਂ ਪਤਾ ਚੱਲਦਾ ਹੈ ਕਿ ਭੂਮੀ ਉਪਜਾਊ ਹੈ, ਠੀਕ ਹੈ। ਪਰ ਜੇ ਬਨਸਪਤੀ ਨਾ ਹੋਵੇ, ਮਤਲਬ ਪੌਦੇ ਨਾ ਉੱਗਣ, ਤਾਂ ਇਹਦਾ ਮਤਲਬ ਭੂਮੀ ਬੰਜਰ ਹੈ, ਇਹ ਵੀ ਸੂਚਕ ਹੋ ਗਏ। ਜਿੱਥੇ ਪੌਦੇ ਉੱਗਣ ਉਹ ਉਪਜਾਊ ਹੈ, ਜਿੱਥੇ ਨਾ ਉੱਗਣ ਉਹ ਬੰਜਰ ਹੈ, ਇਹ ਵੀ ਸੂਚਕ ਹੈ। ਤਾਂ ਉਸ ਤੋਂ ਬਾਅਦ ਜਿਸ ਖੇਤਰ ਦੇ ਵਿੱਚ ਕਿਸੇ ਖਾਸ ਕਿਸਮ ਦੇ ਪੌਦੇ ਹੀ ਉੱਗਣ, ਤੁਹਾਨੂੰ ਉਸ ਖੇਤਰ ਦਾ ਜਲਵਾਯੂ ਦਾ ਪਤਾ ਚੱਲ ਜਾਂਦਾ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਕੈਕਟਸ ਜਿਹੜੇ ਪਲਾਂਟ ਹੈ, ਇਹ ਸਿਰਫ ਕੰਡਿਆਂ ਵਾਲੇ ਜਿਹੜੇ ਪੌਦੇ ਹੈ ਇਹ ਹੁੰਦੇ ਆ ਜਿੱਥੇ ਪਾਣੀ ਦੀ ਘਾਟ ਹੁੰਦੀ ਹੈ, ਜਿੱਥੇ ਮੌਸਮ ਬਹੁਤ ਗਰਮ ਹੁੰਦਾ ਹੈ, ਤਾਂ ਉੱਦਾਂ ਦੀ ਥਾਵਾਂ 'ਤੇ, ਮਤਲਬ ਸਾਡੇ ਜਿਹੜਾ ਇੰਡੀਆ ਹੈ ਉਹਦੇ 'ਚ ਰਾਜਸਥਾਨ ਵਰਗੇ ਜਿਹੜੇ ਥਾਵਾਂ ਹੈ ਉੱਥੇ ਜ਼ਿਆਦਾ ਪਾਏ ਜਾਂਦੇ ਆ। ਉੱਦਾਂ ਪਾਏ ਤਾਂ ਇਹ ਸਾਰੇ ਕਿਤੇ ਜਾਂਦੇ ਆ, ਪਰ ਇੱਦਾਂ ਦੀਆਂ ਥਾਵਾਂ ਦੇ ਉੱਤੇ ਜ਼ਿਆਦਾ ਪਾਏ ਜਾਂਦੇ ਆ, ਰਾਈਟ। ਤਾਂ ਫਿਰ ਜੇ ਹੁਣ ਤੁਸੀਂ ਕਿਸੇ ਹੋਰ ਕੰਟਰੀ 'ਚ ਜਾਂਦੇ ਹੋ ਤਾਂ ਉੱਥੇ ਵੀ ਤੁਹਾਨੂੰ ਇਹ ਕੈਕਟਸ ਜਿਹੜੇ ਜਿਸ ਥਾਂ 'ਤੇ ਮਿਲ ਜਾਣ, ਤਾਂ ਤੁਸੀਂ ਸਮਝ ਲਓ ਕਿ ਵੀ ਉੱਥੇ ਵੀ ਇਹੀ ਵਾਤਾਵਰਨ ਦਾ ਉਹ ਹੋਏਗਾ, ਮਿਆਰ ਹੋਏਗਾ, ਜਲਵਾਯੂ ਜਿਹੜਾ ਉਹ ਸਾਡੇ ਰਾਜਸਥਾਨ ਵਰਗਾ ਹੀ ਹੋਏਗਾ। ਉੱਥੇ ਵੀ ਰੇਤਲਾ ਇਲਾਕਾ ਹੋਏਗਾ, ਉੱਥੇ ਵੀ ਤਾਪਮਾਨ ਜ਼ਿਆਦਾ ਹੋਏਗਾ। ਸੋ ਇਸ ਦਾ ਮਤਲਬ ਕਿਸੇ ਖੇਤਰ ਦੀ ਜਲਵਾਯੂ ਦਾ ਕਿਸੇ ਪੌਦਿਆਂ ਤੋਂ ਵੀ ਅਸੀਂ ਖਾਸ ਕਿਸਮ ਤੋਂ ਪਤਾ ਲਗਾ ਸਕਦੇ ਹਾਂ। ਘਾਹ ਦੇ ਮੈਦਾਨ ਜਿਹੜੇ ਆ ਅਗਰ ਕਿਤੇ ਹੈ ਤਾਂ ਇਹਦਾ ਮਤਲਬ ਗਰਮੀਆਂ ਦੇ ਵਿੱਚ ਵੀ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਸਰਦੀਆਂ ਗਰਮੀਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਸਰਦੀਆਂ ਦੇ ਵਿੱਚ ਘੱਟ ਵਰਖਾ ਹੋ ਰਹੀ ਹੈ। ਅਤੇ ਜੇ ਸਦਾਬਹਾਰ ਜੰਗਲ ਹੈਗੇ ਆ ਤਾਂ ਇਹਦਾ ਮਤਲਬ ਦੋਨੋਂ ਮੌਸਮਾਂ ਦੇ ਵਿੱਚ ਭਾਰੀ ਵਰਖਾ ਹੋ ਰਹੀ ਹੈ, ਅਤੇ ਇਹ ਵੀ ਸੂਚਕ ਹੋ ਗਏ। ਇਹ ਸੀਗੇ ਸਾਡੇ ਪੌਦੇ ਸੂਚਕ। ਹੁਣ ਆਪਾਂ ਪਹੁੰਚੇ ਹਾਂ ਜੰਤੂ ਸੂਚਕਾਂ ਦੇ ਉੱਤੇ। ਜੰਤੂ ਜਿਹੜੇ ਆ ਉਹਨਾਂ ਦੀ ਜਨਸੰਖਿਆ ਜਿਹੜੀ ਹੈ ਕਿਸੇ ਥਾਂ ਦੇ ਉੱਤੇ ਅਗਰ ਘਟਦੀ ਹੈ ਤਾਂ ਉਹ ਪਤਾ ਦੱਸ ਦਿੰਦੀ ਸਾਨੂੰ ਕਿ ਉੱਥੇ ਪ੍ਰਦੂਸ਼ਣ ਹੋ ਰਿਹਾ ਜ਼ਿਆਦਾ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਜਿਹੜੀ ਅਸੀਂ ਉਦਾਹਰਨ ਲੈਂਦੇ ਹਾਂ ਅਗਰ ਇੱਕ, ਤਾਂ ਮੱਝਾਂ ਜਿਹੜੀਆਂ ਉਹਨਾਂ ਨੂੰ ਆਪਾਂ ਇੱਕ ਖਾਸ ਕਿਸਮ ਦੇ ਟੀਕੇ ਜਿਹੜੇ ਆ ਲਗਾਉਂਦੇ ਆ ਲੋਕ ਜਿਹੜੇ ਆ ਦੁੱਧ ਜ਼ਿਆਦਾ ਲੈਣ ਦੇ ਲਈ, ਉਹ ਹੈ ਆਕਸੀਟੋਸਿਨ, ਠੀਕ ਹੈ, ਨਾਮ ਦਾ ਹਾਰਮੋਨ ਹੈ। ਅਤੇ ਇੱਕ ਡਾਈਕਲੋਫੈਨਿਕ ਲਿਖਿਆ ਹੋਇਆ ਇੱਥੇ, ਅਤੇ ਇਹ ਤਾਂ ਵੈਸੇ ਦਰਦ ਨਿਵਾਰਕ ਗੋਲੀਆਂ ਹੁੰਦੀਆਂ, ਤਾਂ ਇਹ ਆਮ ਆਪਾਂ ਲੋਕ ਵੀ ਲੈਂਦੇ ਹਾਂ, ਪਰ ਇਹ ਪਸ਼ੂਆਂ ਨੂੰ ਅਗਰ ਲਗਾਈਆਂ ਜਾਂਦੀਆਂ ਤਾਂ ਉਹਦੇ ਨਾਲ ਦੁੱਧ ਦਾ ਜਿਹੜਾ ਉਤਪਾਦ ਹੈ ਉਹ ਵੱਧ ਜਾਂਦਾ, ਅਤੇ ਵੈਸੇ ਆਕਸੀਟੋਸਿਨ ਨਾਮ ਦਾ ਹਾਰਮੋਨ ਦਿੱਤਾ ਜਾਂਦਾ ਜ਼ਿਆਦਾ। ਹੁਣ ਜਦੋਂ ਮੱਝਾਂ ਮਰ ਜਾਣਗੀਆਂ ਤਾਂ ਉਹਨਾਂ ਦਾ ਮਾਸ ਜਿਹੜਾ ਕੌਣ ਖਾਣਗੀਆਂ? ਗਿਰਝਾਂ ਖਾਣਗੀਆਂ। ਇਹ ਜਿਹੜੀਆਂ ਗਿਰਝਾਂ ਹੈ, ਪੰਛੀ ਜਿਹੜੇ ਹੈ, ਇਹ ਜਦੋਂ ਉਹਨਾਂ ਦਾ ਮਾਸ ਖਾਣਗੇ ਤਾਂ ਉਹਨਾਂ ਨੂੰ ਇਹ ਚੀਜ਼ ਜਿਹੜੀ ਆਕਸੀਟੋਸਿਨ ਅਤੇ ਡਾਈਕਲੋਫਿਨਿਕ ਮਿਲੇਗਾ, ਅੰਦਰ ਜਾਏਗਾ, ਤਾਂ ਉਹਨਾਂ ਦੇ ਅੰਡਿਆਂ ਦੀ ਜਿਹੜੀ ਗੁਣਵੱਤਾ ਹੈ ਉਹਦੇ 'ਤੇ ਅਸਰ ਪਏਗਾ। ਅੰਡੇ ਦੇ ਉੱਤੇ ਇੱਕ ਕੈਲਸ਼ੀਅਮ ਕਾਰਬੋਨੇਟ ਦੀ ਬਣੀ ਹੋਈ ਪਰਤ ਹੁੰਦੀ ਹੈ, ਮੋਟੇ ਤੁਸੀਂ ਅੰਡੇ ਦੇਖੇ ਹੈ ਇਹਨਾਂ ਦੇ ਪੰਛੀਆਂ ਦੇ, ਤਾਂ ਉਹ ਪਰਤ ਜਿਹੜੀ ਹੈ ਪਤਲੀ ਹੋ ਜਾਏਗੀ ਤਾਂ ਉਹ ਜਲਦੀ ਫਟ ਜਾਏਗੀ। ਇਸ ਤੋਂ ਪਹਿਲਾਂ ਕਿ ਬੱਚਾ ਜਿਹੜਾ ਪੂਰਾ ਅੰਦਰ ਬਣੇ ਤਾਂ ਉਹ ਤੋਂ ਪਹਿਲਾਂ ਹੀ ਉਹ ਫਟ ਜਾਏਗੀ ਤਾਂ ਬੱਚਾ ਮਰ ਜਾਏਗਾ। ਤਾਂ ਇਸ ਤਰੀਕੇ ਦੇ ਨਾਲ ਇਹਨਾਂ ਦੀ ਗਿਰਝਾਂ ਦੀ ਫਿਰ ਅੰਡੇ ਜਿਹੜੇ ਆ ਉਹ ਪੂਰੀ ਤਰ੍ਹਾਂ ਬੱਚਾ ਉਹਨਾਂ 'ਚ ਵਿਕਸਿਤ ਨਹੀਂ ਹੋ ਪਾਉਂਦਾ, ਅਤੇ ਇਸ ਲਈ ਗਿਰਝਾਂ ਦੀ ਗਿਣਤੀ ਜਿਹੜੀ ਉਹ ਘਟ ਜਾਏਗੀ। ਤਾਂ ਇਹ ਤੁਸੀਂ ਦੇਖੋ ਫਿਰ ਇਹਦਾ ਮਤਲਬ ਜੇ ਗਿਰਝਾਂ ਜਿਹੜੀਆਂ ਕਿਸੇ ਥਾਂ ਦੇ ਉੱਤੇ ਘਟ ਜਾਣ ਤਾਂ ਇਹ ਸੂਚਕ ਹੈ ਕਿ ਇਹਦਾ ਮਤਲਬ ਉੱਥੇ
ਕੁਝ ਮਨੁੱਖੀ ਕਿਰਿਆਵਾਂ ਇੱਦਾਂ ਦੀਆਂ ਹੋ ਰਹੀਆਂ ਜਿਹੜੀਆਂ ਪ੍ਰਸਥਿਤਿਕ ਪ੍ਰਬੰਧ ਦੇ ਵਿੱਚ ਸਾਡੇ ਵਿਗਾੜ ਪੈਦਾ ਕਰ ਰਹੀਆਂ ਹੈ। ਠੀਕ ਹੈ ਜੀ। ਸੋ ਇਹ ਹੈ ਸਾਡਾ ਜੰਤੂ ਸੂਚਕ ਜਿਹੜੇ ਆ। ਉਸ ਤੋਂ ਬਾਅਦ ਸੂਖਮ ਜੀਵ ਸੂਚਕਾਂ ਦੇ ਤੌਰ ਦੇ ਉੱਤੇ ਆਪਾਂ ਕਰਾਂਗੇ। ਸੂਖਮ ਜੀਵ ਜਿਹੜੇ ਆ ਉਹ ਸੂਚਨਾ ਦੇ ਤੌਰ ਦੇ ਉੱਤੇ ਜਲੀ ਅਤੇ ਥਲੀ ਪ੍ਰਸਥਿਤਿਕ ਪ੍ਰਬੰਧਾਂ ਦਾ ਪਤਾ ਲਗਾਉਣ ਦੇ ਵਿੱਚ ਵਰਤੇ ਜਾ ਸਕਦੇ ਹਨ। ਜਿਵੇਂ ਪਾਣੀ ਦੇ ਵਿੱਚ ਈਕੋਲਾਈ, ਐਸਚਰੀਸ਼ੀਆ ਕੋਲਾਈ ਇਹਨੂੰ ਪ੍ਰੋਨਾਂਸੀਏਸ਼ਨ ਇਹ ਬੋਲੀ ਜਾਂਦੀ ਹੈ, ਇਹਨੂੰ ਸ਼ਾਰਟ ਫਾਰਮ 'ਚ ਅਸੀਂ ਈਕੋਲਾਈ ਵੀ ਬੋਲ ਦਿੰਦੇ ਹਾਂ। ਇਹ ਬੈਕਟੀਰੀਆ ਹੈ, ਠੀਕ ਹੈ, ਜੀਵਾਣੂ ਹੈ। ਔਰ ਇਸ ਤੋਂ ਬਾਅਦ ਇੱਕ ਡਾਇਟਮਸ ਹੈਗੇ, ਇਹ ਇੱਕ ਸੈੱਲ ਦੇ ਜੀਵ ਹੈ, ਠੀਕ ਹੈ, ਡਾਇਟਮ। ਅਤੇ ਇਹਨਾਂ ਦੀ ਮੌਜੂਦਗੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਇਹ ਚੀਜ਼ ਦਾ ਸੂਚਕ ਹੈ ਕਿ ਉੱਥੇ ਪਾਣੀ ਦੇ ਵਿੱਚ ਸੀਵੇਜ ਦੀ ਪ੍ਰਦੂਸ਼ਣ ਹੈ। ਮਤਲਬ ਕਿਤੇ ਪਾਣੀ ਜਿਹੜਾ, ਜੇ ਮੰਨ ਲਓ ਸਾਡਾ ਘਰਾਂ ਦੇ ਵਿੱਚ ਪਾਣੀ ਆ ਰਿਹਾ ਹੈ ਮਿਊਨਿਸਪੈਲਿਟੀ ਵੱਲੋਂ, ਔਰ ਉਹਦੇ ਵਿੱਚ ਇਹ ਦੋਨੋਂ ਪਾਏ ਜਾਂਦੇ, ਡਾਇਟਮ ਅਤੇ ਈਕੋਲਾਈ ਪਾਏ ਜਾਂਦੇ ਆ, ਅਤੇ ਇਹਦਾ ਮਤਲਬ ਕਿਤੇ ਨਾ ਕਿਤੇ ਪਾਈਪਸ ਜਿਹੜੀਆਂ ਆ ਰਹੀਆਂ ਸਾਡੇ ਘਰਾਂ ਦੇ ਵਿੱਚ ਮਿਊਨਿਸਪੈਲਿਟੀ ਵੱਲੋਂ, ਉਹਨਾਂ ਦੇ ਵਿੱਚ ਕਿਤੇ ਸੀਵਰੇਜ ਦੀ ਪਾਈਪਸ ਦੀ ਮਿਕਸਿੰਗ ਹੋ ਰਹੀ ਹੈ। ਕੋਈ ਪਾਈਪਸ ਆਪਸ ਦੇ ਵਿੱਚ ਫਟੀਆਂ ਹੋਈਆਂ ਅਤੇ ਪਾਣੀ ਮਿਕਸ ਹੋ ਰਿਹਾ, ਅਤੇ ਇਹ ਪ੍ਰਦੂਸ਼ਣ ਜਿਹੜਾ ਸ਼ੋਅ ਕਰਦੇ ਆ। ਉਸ ਤੋਂ ਬਾਅਦ ਕੁਝ ਸੂਖਮ ਜੀਵ ਦਬਾਅ ਪ੍ਰੋਟੀਨ ਨਿਰਮਾਣ ਕਰਦੇ ਆ। ਪ੍ਰੋਟੀਨ ਉਹਨਾਂ ਦੇ ਅੰਦਰ ਖਾਸ ਕਿਸਮ ਦੀ ਬਣਦੀ ਹੈ। ਸੋ ਜਦੋਂ ਉਹ ਕੈਡਮੀਅਮ ਅਤੇ ਬੈਂਜ਼ੀਨ ਦੇ ਸੰਪਰਕ ਦੇ ਵਿੱਚ ਆਉਂਦੇ ਆ, ਕੈਡਮੀਅਮ ਇੱਕ ਤੱਤ ਹੈ ਅਤੇ ਬੈਂਜ਼ੀਨ ਜਿਹੜਾ ਉਹ ਇੱਕ ਕਾਰਬਨਿਕ ਕੰਪਾਊਂਡ ਹੈ, ਤਾਂ ਉਹਦੇ ਜਦੋਂ ਇਹ ਲੈਂਦੇ ਹੈ ਤਾਂ ਪ੍ਰੋਟੀਨ ਦਾ ਨਿਰਮਾਣ ਕਰਦੇ ਆ। ਔਰ ਇਹਨੂੰ ਪ੍ਰੋਟੀਨ ਨੂੰ ਅਸੀਂ ਪ੍ਰਦੂਸ਼ਣ ਦੇ ਸੂਚਕ ਦੇ ਵਜੋਂ ਯੂਜ਼ ਕਰਦੇ ਹਾਂ। ਫਿਰ ਸੋ ਦਬਾਅ ਪ੍ਰੋਟੀਨ ਦੀ ਵਰਤੋਂ ਪ੍ਰਦੂਸ਼ਣ ਦੇ ਪੱਧਰ ਦੇ ਰੂਪ ਦੇ ਵਿੱਚ ਕਿਸੇ ਪ੍ਰਬੰਧ ਦੇ ਲਈ ਚੇਤਾਵਨੀ ਦੇ ਰੂਪ ਦੇ ਵਿੱਚ ਹੁੰਦੀ ਹੈ, ਰਾਈਟ। ਤਾਂ ਜੈਵਿਕ ਸੂਚਕਾਂ ਦੇ ਲਾਭ ਕੀ ਹੈ? ਮਿਲਾਵਟ ਦੇ ਸੂਚਕ, ਜ਼ਹਿਰੀਲੇਪਣ ਦੀ ਵਿਧੀ ਨੂੰ ਲੱਭਣ ਦੇ ਵਿੱਚ ਮਦਦਗਾਰ ਕਰਦੇ ਆ। ਇਹ ਜੈਵ ਸੂਚਕ ਜਿਹੜੇ ਕੋਈ ਜ਼ਹਿਰੀਲੇਪਣ ਦੀ ਵਿਧੀ ਨੂੰ ਲੱਭਣ ਦੇ ਵਿੱਚ ਮਦਦਗਾਰ ਹੈ। ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੀ ਅਗਾਊ ਸੂਚਨਾ ਦਿੰਦੇ ਆ, ਸਾਨੂੰ ਵਾਤਾਵਰਨ ਦੀ ਸਹੀ ਹਾਲਤ ਦੇ ਵਿੱਚ ਵਾਪਸੀ ਬਾਰੇ ਅਗਾਊ ਸੂਚਨਾ ਦਿੰਦੇ ਆ। ਸੋ ਸਟੂਡੈਂਟਸ, ਆਪਾਂ ਇਹ ਦੂਸਰਾ ਜਿਹੜਾ ਸਾਡਾ ਵਾਤਾਵਰਨੀ ਸੂਚਕ ਜਿਹੜੇ ਆ ਉਹ ਕਰ ਲਏ, ਔਰ ਇਹਦੇ ਪਿੱਛੇ ਕੁਐਸਚਨਸ ਜਿਹੜੇ ਦਿੱਤੇ ਹੋਏ ਆ NCERT ਦੇ ਬੁੱਕ ਦੇ, ਉਹਨਾਂ ਨੂੰ ਪਲੀਜ਼ ਕਰ ਲਿਓ। ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਐਂਡ ਅਗਲਾ ਲੈਕਚਰ ਜਿਹੜਾ ਉਹਦਾ ਜਦੋਂ ਮੈਂ ਅਪਲੋਡ ਕਰਾਂ ਤੁਹਾਨੂੰ ਫਿਰ ਉਹਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਮਿਲ ਜਾਏਗੀ। ਇਸ ਲਈ ਸਬਸਕ੍ਰਾਈਬ ਕਰ ਲਓ ਜ਼ਰੂਰ, ਲਾਈਕ ਐਂਡ ਸ਼ੇਅਰ ਦਾ ਵੀਡੀਓ ਆਲਸੋ। ਥੈਂਕ ਯੂ ਸੋ ਮਚ।